Alright, so ਜਿੱਦਾਂ ਕਿ ਤੁਸੀਂ ਮੇਰੀ previous video ਵਿੱਚ ਦੇਖਿਆ ਕਿ I became a permanent resident in Canada, so as this video which I would like to talk about the journey from landing as an international student in Canada to working as a full-time worker and then becoming a PR. So ਜਿਹੜੀ 4 ਸਾਲ ਦੀ ਜਰਨੀ ਸੀ it wasn't easy, ਠੀਕ ਹੈ। ਇਹਦੇ ਵਿੱਚ ਬਹੁਤ ਸਾਰੇ challenges ਆਏ, ਬਹੁਤ ਸਾਰੀ ਚੀਜ਼ਾਂ ਸਿੱਖਣ ਨੂੰ ਮਿਲੀਆਂ and the most interesting part is ਕਿਉਂਕਿ ਜਦੋਂ ਮੈਂ ਇੱਥੇ ਲੈਂਡ ਹੋਇਆ I didn't even know how to pronounce the name of the city ਜਿੱਥੇ ਮੈਂ ਲੈਂਡ ਹੋਇਆ ਸੀਗਾ। ਸੋ ਮੈਂ ਪਹਿਲੀ ਜੌਬ ਕਿੱਦਾਂ ਲੱਭੀ ਆਪਣੀ ਪਾਰਟ ਟਾਈਮ, ਅਗਰ ਮੈਨੂੰ ਸ਼ਹਿਰ ਦਾ ਨਾਮ ਨਹੀਂ ਲੈਣਾ ਆਉਂਦਾ, ਮੈਂ ਉੱਥੇ ਪਹਿਲਾ ਘਰ ਕਿੱਥੋਂ ਲੱਭਿਆ ਜਿੱਥੇ ਮੈਂ ਰਹਿ ਰਿਹਾ ਸੀਗਾ, ਠੀਕ ਹੈ, ਮਤਲਬ ਮੈਂ ਜਿੱਥੇ ਰਹਿਣ ਵਾਲਾ ਸੀਗਾ। ਐਂਡ ਦੈਨ ਮੈਂ ਅੱਗੇ ਨਵਾਂ ਐਜੂਕੇਸ਼ਨ ਸਿਸਟਮ ਨਾਲ ਫੈਮੀਲੀਅਰ ਕੀਤਾ ਕਿਉਂਕਿ ਇੰਡੀਆ ਦੀ ਐਜੂਕੇਸ਼ਨ ਨੂੰ ਮੁਕਾਬਲੇ ਇੱਥੇ ਦੀ ਐਜੂਕੇਸ਼ਨ ਬਹੁਤ ਡਿਫਰੈਂਟ ਆ। ਫਿਰ ਉਹ ਸਾਰੇ ਸਬਜੈਕਟਸ ਦੇ ਵਿੱਚ ਪਾਸ ਹੋਣਾ ਐਂਡ ਦੈਨ ਫੀਸਾਂ ਆਪਣੀਆਂ ਇਕੱਠੀਆਂ ਕਰਨੀਆਂ, ਐਕਸਪੈਂਸਿਸ ਮੈਨੇਜ ਕਰਨੇ ਐਂਡ ਦੈਨ ਫਾਈਨਲੀ ਬੰਦਾ ਗ੍ਰੈਜੂਏਟ ਹੋ ਕੇ ਬਾਹਰ ਨਿਕਲਦਾ। ਦੈਨ ਆਪਾਂ ਵਰਕ ਪਰਮਿਟ ਖੁਦ ਅਪਲਾਈ ਕੀਤਾ, ਉਹ ਸਭ ਕਿੱਦਾਂ ਸਿੱਖਿਆ। ਐਂਡ ਦੈਨ ਵਰਕ ਪਰਮਿਟ 'ਤੇ ਆ ਕੇ ਜਿਹੜੀ ਜੌਬ ਸਾਨੂੰ ਚਾਹੀਦੀ ਹੁੰਦੀ ਹੈ PR ਫਾਈਲ ਕਰਨ ਲਈ, ਉਹ ਕਿੱਦਾਂ ਲਈ। ਮਤਲਬ ਇਹ ਸਾਰੀ ਜਰਨੀ ਸਾਰੇ ਐਕਸਪੀਰੀਅੰਸਿਸ ਮੇਰੇ ਲਈ ਨਵੇਂ ਸੀਗੇ। ਐਂਡ ਆਈ ਨੋ ਜਿਹੜੇ ਬੰਦੇ ਇਸ ਟਾਈਮ ਦੇ ਵਿੱਚ ਛੇਤੀ ਲੰਘਣ ਵਾਲੇ ਆ, ਮਤਲਬ ਜਿਹੜੇ ਬੰਦੇ ਪਲਾਨ ਕਰ ਰਹੇ ਕੈਨੇਡਾ ਆਉਣ ਦਾ ਐਜ਼ ਅ ਸਟੂਡੈਂਟ, ਉਹ ਸਾਰਿਆਂ ਨੂੰ ਇਹ ਚੀਜ਼ਾਂ ਸਾਰੀਆਂ ਜਾਣਨੀਆਂ ਬਹੁਤ ਬੈਨੀਫੀਸ਼ੀਅਲ ਰਹਿਣਗੀਆਂ ਕਿ ਉਹਨਾਂ ਦੇ ਆਉਣ ਵਾਲੇ 4 ਸਾਲ ਕਿੱਦਾਂ ਹੋਣ ਵਾਲੇ। ਬਹੁਤ ਸਾਰੀ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ ਕਿ ਕਿਹੜੇ ਚੈਲੰਜਸ ਤੁਹਾਨੂੰ ਫੇਸ ਕਰਨੇ ਪੈ ਸਕਦੇ ਐਂਡ ਤੁਹਾਨੂੰ ਕਿਹੜੀ ਚੀਜ਼ਾਂ ਕਰਨੀਆਂ ਚਾਹੀਦੀਆਂ ਐਂਡ ਕਿਹੜੀ ਚੀਜ਼ਾਂ ਨਹੀਂ ਵੀ ਕਰਨੀਆਂ ਚਾਹੀਦੀਆਂ। ਐਂਡ ਜਿਹੜੇ ਬੰਦੇ ਆਲਰੇਡੀ ਸਟੇਜ ਦੇ ਉੱਤੇ ਖੜੇ ਹੋਣਗੇ ਉਹਨਾਂ ਨੂੰ ਇਹ ਪਤਾ ਚੱਲ ਜਾਏਗਾ ਕਿ ਬਾਈ ਯੂ ਆਰ ਨਾਟ ਅਲੋਨ, ਠੀਕ ਹੈ ਜੀ। ਸਾਰੇ ਬੰਦੇ ਇਸੇ ਟਾਈਮ 'ਚੋਂ ਲੰਘਦੇ ਆ ਐਂਡ ਤੁਸੀਂ ਵੀ ਲੰਘ ਜਾਵਾਂਗੇ। ਤੇ ਇਸ ਵੀਡੀਓ ਵਿੱਚ ਮੈਂ ਉਹੀ ਸਾਰੀ ਚੀਜ਼ਾਂ ਦੇ ਬਾਰੇ ਗੱਲ ਕਰਨਾ ਚਾਹੂੰਗਾ। ਵੀਡੀਓ ਸ਼ਾਇਦ ਥੋੜੀ ਲੰਬੀ ਹੋ ਜਾਏ ਬਟ ਹਾਂ ਆਈ ਵੁੱਡ ਲਾਈਕ ਟੂ ਟੱਚ ਐਵਰੀ ਡਿਟੇਲ ਤਾਂ ਕਿ ਤੁਹਾਨੂੰ ਪਤਾ ਹੋਵੇ ਬਾਈ ਕਿਹੜੇ ਐਕਸਪੀਰੀਅੰਸਿਸ ਕਰਨ ਨੂੰ ਮਿਲਦੇ ਆ ਇੱਥੇ ਪੂਰੀ ਜਰਨੀ ਦੇ ਦੌਰਾਨ। ਸੋ ਬਿਨਾਂ ਟਾਈਮ ਵੇਸਟ ਕਰੇ ਲੈਟਸ ਸਟਾਰਟ ਦ ਵੀਡੀਓ। ਸੋ ਆਈ ਰਿਮੈਂਬਰ ਜਦੋਂ ਮੇਰਾ ਵੀਜ਼ਾ ਵਗੈਰਾ ਸਭ ਕੁਛ ਆ ਚੁੱਕਿਆ ਸੀਗਾ ਫॉर ਜਨਵਰੀ ਇਨਟੇਕ 2018 ਐਂਡ ਮੈਂ ਫਲਾਈਟ ਵੀ ਬੁੱਕ ਕਰਾ ਲਈ ਸੀ ਦਸੰਬਰ 2017 ਦੀ। ਤੇ ਮੇਰੇ ਕੋਲ ਕੁਛ ਟਾਈਮ ਸੀਗਾ, ਪਹਿਲਾਂ 2-3 ਮਹੀਨੇ 4 ਮਹੀਨੇ, ਤੇ ਆਪਾਂ ਲਾਈਕ ਐਵਰੀਬਡੀ ਐਲਸ ਇੰਜੋਏ ਕਰ ਰਹੇ ਸੀਗੇ ਲਾਈਫ ਇੰਡੀਆ ਦੇ ਵਿੱਚ ਕਿ ਯਾਰ ਕੱਲ ਨੂੰ ਬਾਹਰ ਚੱਲ ਜਾਣਾ, ਮਿਹਨਤ ਕਰਨੀ ਪੈਣੀ। ਉਸ ਟਾਈਮ ਤੇ ਨਹੀਂ ਪਤਾ ਸੀਗਾ ਮਿਹਨਤ ਕੀ ਹੁੰਦੀ ਹੈ ਬਟ ਆਪਾਂ ਇੰਜੋਏ ਕਰ ਰਹੇ ਸੀਗੇ ਇੱਦਾਂ ਬੋਲ ਕੇ ਕਿ ਅੱਗੇ ਮਿਹਨਤ ਕਰਨੀ ਆ, ਲਾਈਫ ਇੰਜੋਏ ਕਰ ਲਓ। ਐਂਡ ਪੂਰਾ ਖਾਦੇ ਪੀਤੇ ਇੰਜੋਏ ਕੀਤਾ, ਐਸ਼ ਕੀਤੀ। ਐਂਡ ਮੈਨੂੰ ਇੱਕ ਬੈਨੀਫਿਟ ਸੀਗਾ ਕਿ ਮੈਂ ਇੱਥੇ ਇਕੱਲੇ ਨਹੀਂ ਆਉਣਾ ਸੀ। ਸੋ ਆਈ ਕੇਮ ਹੇਅਰ ਵਿਦ ਮਾਈ ਕਜ਼ਨ, ਠੀਕ ਹੈ, ਮੇਰਾ ਵੱਡਾ ਭਰਾ। ਮੈਂ ਉਹਦੇ ਨਾਲ ਹੀ ਆਉਣਾ ਸੀਗਾ, ਸੇਮ ਫਲਾਈਟ ਸੇਮ ਡੇ, ਇਕੱਠੇ ਬਹਿ ਕੇ ਇੱਕੋ ਜਗ੍ਹਾ ਲੈਂਡ ਹੋਣਾ ਸੀਗਾ। ਬਟ ਉੱਥੇ ਜਾ ਕੇ ਆਪਣੀ ਜਿਹੜੀ ਜਰਨੀ ਅੱਗੇ ਦੀ ਅਲੱਗ ਹੋ ਜਾਣੀ ਸੀਗੀ। ਸੋ ਆਪਾਂ ਫਲਾਈਟ ਵਗੈਰਾ ਲਿੱਤੀ, ਆਪਾਂ ਲੈਂਡ ਹੋਏ, ਠੀਕ ਹੈ ਜੀ, ਟੋਰੰਟੋ ਏਅਰਪੋਰਟ 'ਤੇ। ਐਂਡ ਦੈਨ ਆਪਣੇ ਕਜ਼ਨਸ ਲੈਣ ਆ ਗਏ ਕਿਉਂਕਿ ਪਹਿਲਾਂ ਤਾਂ ਆਪਣੇ ਇੱਥੇ ਭਰਾ ਸੀਗੇ। ਸੋ ਆਪਾਂ ਕਿਚਨਰ ਗਏ ਕਿਉਂਕਿ ਉੱਥੇ ਰਹਿੰਦੇ ਸੀਗੇ ਸਾਰੇ ਨੇ, ਉਹਨਾਂ ਸਾਰਿਆਂ ਦਾ ਕਾਲਜ ਉੱਥੇ ਸੀਗਾ ਤੇ ਜਿਹੜਾ ਮੇਰਾ ਭਰਾ ਮੇਰੇ ਨਾਲ ਆਇਆ ਸੀ ਉਹਦਾ ਵੀ ਕਾਲਜ ਉੱਥੇ ਸੀਗਾ। ਤੇ ਆਪਾਂ ਉੱਥੇ ਗਏ ਐਂਡ ਉੱਥੇ ਪਹਿਲੀ ਰਾਤ ਦਾ ਪੀਜ਼ਾ ਵਗੈਰਾ ਖਾ ਕੇ ਸੋ ਗਏ। ਅਗਲੇ ਦਿਨ ਆਪਾਂ ਉੱਠੇ ਬਈ ਦੁਪਹਿਰ ਤੱਕ ਕੋਈ ਉੱਠ ਹੀ ਨਹੀਂ ਰਿਹਾ। ਮੈਂ ਤਾਂ ਉਹੀ ਚਾਹ ਚੱਕੀ ਬੰਦਾ ਜਨਵਰੀ ਟੇਕ ਆਉਂਦਾ, ਬਾਹਰ ਬਰਫ਼ ਪਈ ਹੁੰਦੀ, ਫੋਟੋਆਂ ਖਿੱਚ ਲਈਆਂ, ਵੀਡੀਓ ਬਣਾ ਲਈਆਂ, ਘਰੇ ਫੋਨ ਲਾ ਲਿਆ, ਗਾਣੇ ਗੁਣੇ ਸੁਣ ਲਏ। ਸੋ ਉਹ 15 ਦਿਨ ਮੈਂ ਉੱਥੇ ਰਿਹਾ ਐਂਡ ਨਿਊ ਈਅਰ ਤੱਕ, ਬੇਸਿਕਲੀ ਮੈਂ ਦਸੰਬਰ 30 ਨੂੰ ਲੈਂਡ ਹੋਇਆ ਸੀਗਾ 2017 ਐਂਡ ਨਿਊ ਈਅਰ ਤੱਕ ਮੈਂ ਉੱਥੇ ਰਿਹਾ। ਨਿਊ ਈਅਰ 'ਤੇ ਕਹਿੰਦੇ ਵੀ ਤੈਨੂੰ ਆਪਾਂ ਅੱਗੇ ਛੱਡ ਆਵਾਂਗੇ ਸਕਾਰਬਰੋ, ਜਿੱਥੇ ਕਿ ਮੇਰਾ ਸੈਂਟੀਨਲ ਕਾਲਜ ਦਾ ਪ੍ਰੋਗਰੈਸ ਕੈਂਪਸ ਹੈਗਾ। ਐਂਡ ਉੱਥੇ ਫਿਰ ਤੂੰ ਫਾਈਂਡ ਆਊਟ ਕਰ ਲਏਗਾ ਵੀ ਕਿੱਦਾਂ ਰਹਿਣਾ ਰੋਣਾ ਕਿੱਥੇ, ਕਿਉਂਕਿ ਉਸ ਤੋਂ ਪਹਿਲਾਂ ਆਈ ਰਿਮੈਂਬਰ ਆਪਾਂ ਇੱਕ ਅੱਧੀ ਯਾਰ ਉੱਥੋਂ ਗੋ ਬੱਸ ਫੜ ਕੇ, ਕਿਚਨਰ ਤੋਂ ਗੋ ਬੱਸ ਫੜ ਕੇ, ਜਿਹਨੂੰ ਨਹੀਂ ਪਤਾ ਕਿਚਨਰ ਲਾਈਕ 100 ਕਿਲੋਮੀਟਰ ਦੂਰ ਆ ਸਕਾਰਬਰੋ ਤੋਂ, ਅਸੀਂ ਗੋ ਬੱਸ ਫੜ ਕੇ ਇੱਕ ਦੋ ਰੈਂਟਲ ਲਿਸਟਿੰਗਸ ਦੇਖਣ ਵੀ ਆਏ ਸੀਗੇ, ਔਨਲਾਈਨ ਚੈੱਕ ਕੀਤੀਆਂ, ਉਹਨਾਂ ਨਾਲ ਗੱਲ ਕੀਤੀ ਐਂਡ ਆਪਾਂ ਦੇਖਣ ਆਏ ਬਟ ਗੱਲ ਨਹੀਂ ਬਣੀ। ਸੋ ਉਹਨਾਂ ਨੇ ਇਹੀ ਡਿਸੀਜਨ ਲਿੱਤਾ ਵੀ ਬਾਰ-ਬਾਰ ਕਿੱਥੇ ਜਾਣਾ, ਇੰਨੀ ਦੂਰ ਬੱਸ ਫੜ ਕੇ ਜਾਣਾ ਤੇ ਇੱਕ ਵਾਰੀ ਆਪਾਂ ਉੱਥੇ ਤੈਨੂੰ ਛੱਡ ਆਵਾਂਗੇ ਨਾ, ਉਸ ਤੋਂ ਬਾਅਦ ਤਾਂ ਅੱਗੇ ਤੂੰ ਲੱਭ ਹੀ ਲਿਆਂਗੇ ਜਦੋਂ ਕਾਲਜ ਵਗੈਰਾ ਜਾਏਗਾ, ਕਿਉਂਕਿ ਯੂਜ਼ਲੀ ਇੱਦਾਂ ਹੀ ਹੁੰਦਾ ਆ। ਸੋ ਆਈ ਰਿਮੈਂਬਰ ਉਹਨਾਂ ਨੇ ਨਿਊ ਈਅਰ ਤੋਂ ਬਾਅਦ ਇੱਥੇ ਛੱਡ ਦਿੱਤਾ। ਉਹਨਾਂ ਦੇ ਫਰੈਂਡਸ ਸਰਕਲ ਦੇ ਵਿੱਚ ਜਿੱਦਾਂ ਫਰੈਂਡ ਆਫ ਫਰੈਂਡ ਇੱਦਾਂ ਕਰਕੇ ਜਾਣ ਪਛਾਣ ਨਿਕਲੀ ਤੇ ਉਹ ਭਾਈ ਉਹਨਾਂ ਦੇ ਘਰੇ ਮੈਨੂੰ ਛੱਡ ਗਏ। ਸੋ ਉੱਥੇ ਆਈ ਰਿਮੈਂਬਰ ਮੈਂ ਕੁਝ ਦਿਨ ਰਿਹਾ, ਉਹਨਾਂ ਮੈਨੂੰ ਪੂਰੀ ਸੇਵਾ ਕੀਤੀ, ਆਲੂ ਪਰਾਂਠੇ ਵਗੈਰਾ ਸਭ ਕੁਛ ਮਿਲਿਆ। ਐਂਡ ਆਈ ਰਿਮੈਂਬਰ ਮੇਰੇ ਕੋਲ ਕੁਛ ਨਹੀਂ ਸੀ, ਮੈਂ ਜਸਟ ਫਰੈਸ਼ਲੀ ਲੈਂਡ ਹੋਇਆ ਸੀ, ਨਾ ਮੇਰੇ ਹੱਥ 'ਚ ਮੇਰਾ ਕੋਈ ਕ੍ਰੈਡਿਟ ਕਾਰਡ ਡੈਬਿਟ ਕਾਰਡ ਕੁਛ ਨਹੀਂ ਸੀਗਾ। ਐਂਡ ਆਈ ਰਿਮੈਂਬਰ ਹਾਂ ਮੇਰੇ ਕੋਲ ਉਹ ਜ਼ਰੂਰ ਸੀਗਾ ਜਿਹੜਾ ਘਰ ਦੇ ਇੰਡੀਆ ਤੋਂ ਪੈਸੇ ਵਗੈਰਾ ਦੇ ਕੇ ਭੇਜਦੇ, ਉਹ ਵਾਲਾ ਕਾਰਡ ਮੇਰੇ ਤੋਂ ਸੀਗਾ, ਟਰੈਵਲ ਕਾਰਡ, ਬਟ ਮੈਂ ਉਹਨੂੰ ਯੂਜ਼ ਕਰਨਾ ਪ੍ਰੈਫਰ ਨਹੀਂ ਕਰ ਰਿਹਾ ਸੀ। ਮੈਨੂੰ ਪਤਾ ਸੀਗਾ ਉਹ ਚੀਜ਼ ਅੱਗੇ ਆ ਕੇ ਕੰਮ ਆਣੀ ਜਦੋਂ ਫੀਸ ਭਰਨ ਦੀ ਵਾਰੀ ਆਣੀ ਆ। ਸੋ ਜਦੋਂ ਮੈਂ ਉਹਨਾਂ ਦੇ ਘਰੇ ਰਿਹਾ, ਭਾਈ ਉਹਨਾਂ ਦੇ ਘਰੇ ਜਿੱਥੇ ਮੈਨੂੰ ਸਕਾਰਬਰੋ ਛੱਡ ਕੇ ਗਏ ਤੇ ਆਪਾਂ ਬਈ ਆਲੂ ਪਰਾਂਠੇ ਵਗੈਰਾ ਤਾਂ ਸਾਰਾ ਦਿਨ ਖਾਧੇ। ਬਟ ਮੈਂ ਕੀ ਕਰਦਾ ਸੀ, ਮੈਂ ਸਵੇਰੇ ਆਪਣਾ ਸਮਾਨ ਚੱਕਦਾ ਸੀਗਾ, ਬੈਕਪੈਕ ਜਿਹੜਾ ਮੈਂ ਇੰਡੀਆ ਤੋਂ ਲੈ ਕੇ ਆਇਆ ਸੀਗਾ ਕਾਲਜ ਪਾ ਕੇ ਜਾਣ ਨੂੰ, ਉਹ 'ਚ ਮਾੜਾ ਮੋਟੀ ਡਾਕੂਮੈਂਟੇਸ਼ਨ ਵਗੈਰਾ ਰੱਖਦਾ ਸੀਗਾ ਆਪਣੀ, ਜੋ ਵੀ ਮੈਨੂੰ ਲੱਗਦਾ ਸੀ ਮੈਨੂੰ ਚਾਹੀਦੀ ਹੋ ਸਕਦੀ ਹੈ, ਮੈਂ ਨਿਕਲ ਜਾਂਦਾ ਸੀ। ਇੱਦਾਂ ਹੀ ਮੈਂ ਆਪਣੇ ਸਕੋਸ਼ੀਆ ਬੈਂਕ ਗਿਆ ਆਪਣੇ GIC ਵਗੈਰਾ ਪ੍ਰੋਗਰਾਮ ਐਕਟੀਵੇਟ ਕਰਾਉਣ ਲਈ ਐਂਡ ਇੱਦਾਂ ਹੀ ਮੈਂ ਕਾਲਜ ਵੀ ਪਹੁੰਚ ਗਿਆ। ਸੋ ਮੈਂ ਕਾਲਜ ਪਹੁੰਚਿਆ, ਮੈਂ ਦੇਖਿਆ ਵੀ ਕੈਂਪਸ ਵਗੈਰਾ ਕਾਫੀ ਵਧੀਆ, ਸਾਰਾ ਕੁਛ ਵਧੀਆ ਹੈ ਨਾ, ਬਹੁਤ ਸਾਰੇ ਲੋਕ ਮਿਲੇ। ਮੈਂ ਹੌਲੀ ਉਹਨਾਂ ਨਾਲ ਗੱਲ ਕਰਨੀ ਸ਼ੁਰੂ ਕੀਤੀ ਕਿਉਂਕਿ ਮੈਨੂੰ ਪਤਾ ਸੀ ਜਿੱਥੇ ਮੈਂ ਰਹਿ ਰਿਹਾ ਇਹ ਟੈਂਪਰੇਰੀ ਜੁਗਾੜ ਆ, ਕੁਛ ਦਿਨਾਂ ਦਾ ਆਇਆ ਬਈ, ਉੱਥੇ ਮੈਂ ਪਰਮਾਨੈਂਟ ਨਹੀਂ ਰਹਿ ਸਕਦਾ। ਸੋ ਮੈਨੂੰ ਜਗ੍ਹਾ ਚਾਹੀਦੀ ਸੀ ਸਭ ਤੋਂ ਪਹਿਲਾਂ ਰਹਿਣ ਦੀ ਕਿ ਮੈਂ ਕਾਲਜ ਕਿੱਦਾਂ ਜਾਊਂਗਾ।
ਐਂਡ ਉਸੇ ਟਾਈਮ ਦੇ ਦੌਰਾਨ ਮੈਂ ਹੌਲੀ ਹੌਲੀ ਬੱਸ ਫਿਗਰ ਆਊਟ ਕਰ ਰਿਹਾ ਸੀ ਵੀ ਮੈਨੂੰ ਇੰਨਾ ਪਤਾ ਲੱਗ ਜਾਂਦਾ ਸੀ ਗੂਗਲ ਮੈਪਸ ਖੋਲ੍ਹ ਕੇ ਕਿ ਵੀ ਆਹ ਵਾਲੀ ਬੱਸ ਫੜਾਂਗੇ ਉੱਥੇ ਪਹੁੰਚਾਂਗੇ, ਬਟ ਇਹ ਨਹੀਂ ਪਤਾ ਸੀ ਕਿ ਸੜਕ ਦੇ ਇਸ ਸਾਈਡ 'ਤੇ ਉਹ ਵਾਲੀ ਬੱਸ ਆਉਣੀ ਹੈ ਜਾਂ ਦੂਜੀ ਸਾਈਡ ਬੱਸ ਆਉਣੀ ਹੈ, ਮੈਨੂੰ ਇੰਨਾ ਨਹੀਂ ਪਤਾ ਸੀਗਾ। ਸੋ ਮਤਲਬ ਗਲਤ ਬੱਸਾਂ ਚੜ੍ਹ ਕੇ ਬੰਦਾ ਕਿਤੇ ਹੋਰ ਪਹੁੰਚ ਜਾਂਦਾ, ਉਹ ਚੀਜ਼ਾਂ ਤਾਂ ਮੇਰੇ ਨਾਲ ਬਹੁਤ ਵਾਰ ਹੋਈਆਂ ਸਟਾਰਟਿੰਗ 'ਚ ਆ ਕੇ। ਬਟ ਮੈਂ ਜਦੋਂ ਕਾਲਜ ਜਾਣਾ ਅਤੇ ਮੈਂ ਉੱਥੇ ਆ ਕੇ ਲੋਕਾਂ ਨੂੰ ਪੁੱਛਣਾ ਵੀ ਤੁਹਾਡਾ ਕਿਹੜਾ ਕੋਰਸ ਆ ਭਾਜੀ, ਤੁਸੀਂ ਕਿੱਥੋਂ ਆ। ਮੋਸਟਲੀ ਮਤਲਬ ਸੈਂਟੀਨਲ ਕਾਲਜ 'ਚ ਇੰਟਰਨੈਸ਼ਨਲ ਸਟੂਡੈਂਟਸ ਬਹੁਤ ਨੇ, ਬੇਸਿਕਲੀ ਕਹਾਂ ਤਾਂ ਪੰਜਾਬੀ ਐਂਡ ਗੁਜਰਾਤੀ ਬੰਦੇ ਬਹੁਤ ਨੇ। ਤੁਹਾਨੂੰ ਮਤਲਬ ਨਾ 1 in 4 ਤਾਂ ਮੈਂ ਕਹੂੰਗਾ ਮਿਲ ਹੀ ਜਾਊਗਾ ਆਪਣਾ ਪੰਜਾਬੀ ਜਾਂ ਫਿਰ ਗੁਜਰਾਤੀ ਬੰਦਾ। ਸੋ ਮੈਂ ਉਹਨਾਂ ਨਾਲ ਗੱਲ ਕਰਨੀ ਵੀ ਕਿ ਦੇਖਾਂ ਕਿਤੇ ਮੈਨੂੰ ਕੋਈ ਰੈਂਟਲ ਮਿਲ ਜਾਵੇ, ਕੁਛ ਮਿਲ ਜਾਵੇ, ਨਾਲ ਦੇ ਨਾਲ ਮੈਂ ਔਨਲਾਈਨ ਵੀ ਚੈੱਕ ਕਰੀ ਜਾਣਾ। ਅਤੇ ਉੱਦਾਂ ਕਰਦੇ ਕਰਦੇ ਮੈਨੂੰ ਆਪਣੇ ਗੁਜਰਾਤੀ ਭਰਾ ਮਿਲ ਗਏ ਐਂਡ ਉਹਨਾਂ ਦੇ ਨਾਲ ਮੈਂ ਘਰ ਕਰ ਲਿਆ ਆਪਣਾ ਇੱਕ ਫਲੈਟ ਬੁੱਕ। ਸੋ ਆਪਣਾ ਫਲੈਟ ਹੋਇਆ ਬੁੱਕ, ਆਪਾਂ ਸਮਾਨ ਚੱਕਿਆ ਭਾਈ ਉਹਨਾਂ ਦੇ ਘਰੋਂ ਐਂਡ ਆਪਾਂ ਪਹੁੰਚ ਗਏ ਉੱਥੇ ਆਪਣੇ ਫਲੈਟ ਵਾਲੇ ਦਿਨ। ਫਲੈਟ ਜਿੱਥੇ ਆਪਣਾ ਬੁੱਕ ਹੈ ਸੀ ਉੱਥੇ ਪਹੁੰਚ ਗਏ ਸੀ ਸਾਰੇ ਰਹਿਣ, ਠੀਕ ਹੈ। ਲੀਜ਼ 'ਤੇ ਆਪਾਂ ਕੰਡੋਮੀਨੀਅਮ ਲੈ ਰਿਹਾ ਸੀ, ਜਿਹਨੂੰ ਨਹੀਂ ਪਤਾ ਜਿਵੇਂ ਚੰਡੀਗੜ੍ਹ 'ਚ ਆਪਣੇ ਫਲੈਟ ਹੁੰਦੇ ਨਾ ਕਾਫੀ ਆਲੀਸ਼ਾਨ ਜੇ, ਉੱਦਾਂ ਤਾਂ ਆਪਾਂ ਇੱਕ ਆਲੀਸ਼ਾਨ ਫਲੈਟ ਲੈ ਰਿਹਾ ਸੀਗਾ ਲੀਜ਼ 'ਤੇ, ਯਾਨੀ ਕਿ 1 ਸਾਲ ਦੇ ਟਰਮ ਪੀਰੀਅਡ 'ਤੇ, ਕਿ ਆਪਾਂ ਅਗਲੇ 1 ਸਾਲ ਇੱਥੇ ਰਹਿਣ ਵਾਲੇ ਹਾਂ। ਐਂਡ ਫਿਰ ਆਪਾਂ ਉੱਥੇ ਰਹੇ ਅਤੇ ਉਹ ਆਪਾਂ ਕਿਸੇ ਏਜੰਟ ਦੇ ਥਰੂ ਲਿਆ ਸੀਗਾ ਜਿਹੜੇ ਰੀਅਲ ਸਟੇਟ ਏਜੰਟਸ ਹੁੰਦੇ ਆ। ਸੋ ਉੱਥੇ ਅਸੀਂ ਰਹੇ ਐਂਡ ਆਪਾਂ ਆਪਣੇ ਹੌਲੀ ਹੌਲੀ ਪੜ੍ਹਾਈ ਵਗੈਰਾ ਜਾਣੀ ਸ਼ੁਰੂ ਕੀਤੀਆਂ। ਅਤੇ ਓਨੈਸਟਲੀ ਕਿਤਾਬਾਂ ਵਗੈਰਾ ਬਹੁਤ ਮਹਿੰਗੀਆਂ ਸੀਗੀਆਂ, ਮੈਂ ਕਿਤਾਬਾਂ ਵਗੈਰਾ ਨਹੀਂ ਲਈਆਂ ਜ਼ਿਆਦਾ। ਇੱਕ ਅੱਧੀ ਕਿਤਾਬ ਜਿਹੜੀ ਬਹੁਤ ਹੀ ਮੈਂਡੇਟਰੀ, ਜਿਹੜਾ ਟੀਚਰ ਨਾ ਮਤਲਬ ਪਹਿਲੇ ਜਿੱਦਾਂ ਇੱਕ ਸਮੈਸਟਰ 4 ਮਹੀਨੇ ਦਾ ਹੁੰਦਾ ਰਾਈਟ, ਜਿਹੜਾ ਟੀਚਰ ਤੀਜੇ ਮਹੀਨੇ ਤੱਕ ਵੀ ਰੌਲਾ ਪਾਈ ਜਾਵੇ ਕਿਤਾਬ ਲਓ, ਉਹਦੀ ਲੈ ਲਈ ਦੀ ਸੀਗੀ। ਅਤੇ ਜੇ ਤਾਂ ਲੱਗਦਾ ਸੀ ਕਿ ਬਈ ਇਹਦੀ ਮਸਟ ਲੈਣੀ ਪੈਣੀ, ਉਹਦੀ ਲੈ ਲਈ, ਬਾਕੀਆਂ ਦੀ ਨਹੀਂ ਲੈਂਦੀ ਕਿਉਂਕਿ ਮਹਿੰਗੀਆਂ ਹੁੰਦੀਆਂ ਕਿਤਾਬਾਂ। ਅਤੇ ਆਪਣੇ ਕੋਲ ਉਸ ਵੇਲੇ ਕੋਈ ਜੋਬਸ ਵਗੈਰਾ ਨਹੀਂ ਸੀ। ਆਈ ਰਿਮੈਂਬਰ ਕਿ ਆਪਾਂ ਬਾਹਰ ਜਾਣਾ ਬਰਫ਼ ਦੇ ਵਿੱਚ ਵੀ, ਲੋਕਾਂ ਤੋਂ ਸੁਣਨਾ ਵੀ ਹਾਂਜੀ ਇੱਦਾਂ ਜੋਬ ਲੱਭੀ ਜਾਂਦੀ ਆ, ਕਾਲਜ ਜਾ ਕੇ ਸੁਣਦੇ ਸੀਗੇ ਕਿ ਹਾਂ ਇੱਦਾਂ ਹੁੰਦਾ। ਫਿਰ ਆਪਾਂ ਦੁਕਾਨ 'ਚ ਜਾ ਕੇ ਪੁੱਛਣਾ ਵੀ ਤੁਹਾਨੂੰ ਜੋਬ ਓਪਨਿੰਗ ਕੋਈ ਹੈਗੀ, ਕੁਛ ਹੈਗਾ, ਕੁਛ ਕੈਸ਼ੀਅਰ ਹੈਲਪਰ ਕੁਛ ਵੀ ਚਾਹੀਦਾ, ਬਰਫ਼ਾਂ ਦੇ ਵਿੱਚ ਜਾ ਕੇ ਦੇਖਣਾ। ਐਂਡ ਇੱਦਾਂ ਕਰਕੇ ਆਪਾਂ ਲੱਭਣੀਆਂ। ਫਿਰ ਆਪਾਂ ਦੇਖਣਾ ਬਾਹਰ ਨਾ ਬੱਸ ਸਟਾਪਾਂ ਦੇ ਪੋਸਟਰ ਲੱਗੇ ਹੁੰਦੇ ਜੋਬ ਵਗੈਰਾ ਦੇ ਰਿਲੇਟਡ, ਆਪਾਂ ਉਹ ਚੈੱਕ ਕਰਨੇ। ਇਹ ਸਭ ਕੁਛ ਆਪਾਂ ਚੈੱਕ ਕਰਨਾ ਵੀ ਕਿੱਥੇ ਜੋ ਮਿਲ ਜਾਏ ਕਰ ਲਾਂਗੇ, ਠੀਕ ਹੈ ਜੀ। ਐਂਡ ਆਈ ਰਿਮੈਂਬਰ ਇੱਕ ਦਿਨ ਸੀਗਾ ਵੀ ਮੈਂ ਅੱਜ ਤੱਕ ਸਭ ਤੋਂ ਘੱਟ ਪੈਸੇ 'ਤੇ ਜਿਹੜਾ ਕੰਮ ਕੀਤਾ ਹੋਊਗਾ ਉਹ ਸੀਗਾ $60 a day, $60 ਪੂਰੇ ਦਿਨ ਦੇ। ਐਂਡ ਸਕਾਰਬਰੋ ਤੋਂ ਪਿਕਰਿੰਗ ਜਾਣਾ ਕੰਮ ਕਰਨ ਲਈ, ਉਨੇ ਪੈਸੇ 'ਤੇ ਕੰਮ ਕੀ ਸੀਗਾ, ਦਰਵਾਜ਼ੇ ਦਰੂਜੇ ਪੇਂਟ ਕਰਨੇ, ਕਿਸੇ ਦੇ ਘਰ ਦੀ ਰੈਨੋਵੇਸ਼ਨ ਚੱਲ ਰਹੀ ਸੀ ਐਂਡ ਉਹ ਪੇਂਟ ਕਰਨੇ। ਮੈਨੂੰ ਤਾਂ ਨਹੀਂ ਪਤਾ ਸੀ ਭਰਾਵਾ ਕਿੱਦਾਂ ਕਰੀਦੇ, ਬਟ ਮਤਲਬ ਬਹੁਤ ਤਰੀਕੇ ਦੀ ਜੋਬਸ ਕਰਨੀਆਂ ਪੈਂਦੀਆਂ, ਆਡ ਜੋਬਸ ਸਟਾਰਟਿੰਗ ਦੇ ਵਿੱਚ, ਅੰਟਿਲ ਯੂ ਫਾਈਂਡ ਸਮਥਿੰਗ ਯੂਜ਼ਫੁਲ। ਉਹ ਵੀ ਕੀਤੀ। ਫਿਰ ਮੈਨੂੰ ਇੱਕ ਕਾਲਜ ਦੇ ਬਾਹਰ ਹੀ ਰਿਮੈਂਬਰ ਬੱਸ ਸਟਾਪ ਸੀਗਾ ਆਪਣੇ ਸੈਂਟੀਨਲ ਦੇ ਬਾਹਰ, ਉੱਥੇ ਪੋਸਟਰ ਲੱਗਾ ਸੀਗਾ ਵੀ ਕਿਸੇ ਫਰਨੀਚਰ ਵੇਅਰ ਹਾਊਸ ਦੇ ਵਿੱਚ ਵਰਕਸ਼ਾਪ 'ਤੇ ਕੰਮ, ਐਂਡ ਉੱਥੇ ਵੀ ਮੈਂ ਕੁਛ ਟਾਈਮ ਕੰਮ ਕੀਤਾ। ਐਂਡ ਫਿਰ ਆਪਾਂ ਸਿਕਿਉਰਿਟੀ ਲਾਇਸੈਂਸ ਬਣਾਇਆ ਲੋਕਾਂ ਤੋਂ ਸੁਣ ਕੇ ਵੀ ਕਿ ਇਹ ਵੀ ਚੀਜ਼ ਹੁੰਦੀ ਆ ਹੈ ਨਾ, ਇੰਨਾ ਬੜੀ ਐਸ਼ ਦੀ ਜੋਬ ਹੁੰਦੀ ਆ, ਪੈਸੇ ਵੀ ਮਤਲਬ 20 ਘੰਟੇ ਬੜੇ ਆਰਾਮ ਦੇ ਨਿਕਲਦੇ, ਜਾ ਕੇ ਬੈਠੋ, ਫੋਨ ਚਲਾਓ, ਗਾਣੇ ਸੁਣੋ, ਕਿਤਾਬਾਂ ਪੜ੍ਹੋ, ਜੋ ਮਰਜ਼ੀ ਕਰੋ, ਘਰੇ ਆ ਜਾਓ, ਕੁਛ ਨਹੀਂ ਕਰਨਾ, ਫ੍ਰੀ ਦੇ ਪੈਸੇ। ਸੋ ਆਪਾਂ ਉਹ ਵੀ ਲਾਇਸੈਂਸ ਬਣਾਇਆ ਐਂਡ ਉਹ ਲਾਇਸੈਂਸ ਬਣਾ ਲਿਆ। ਰਿਮੈਂਬਰ ਸਰਦੀਆਂ ਦੇ ਦਿਨ ਸੀਗੇ ਅਤੇ ਆਪਾਂ ਗੋ ਬੱਸ ਫੜੀ, ਮੈਂ ਸੀ, ਮੇਰੇ ਨਾਲ ਇੱਕ ਹੋਰ ਆਪਣਾ ਭਰਾ ਸੀਗਾ, ਆਪਾਂ ਦੋਨੇ ਗਏ ਬਈ ਹੈਮਿਲਟਨ, ਸਕਾਰਬਰੋ ਟੂ ਹੈਮਿਲਟਨ ਗੋ ਬੱਸ ਫੜ ਕੇ ਰਾਤ ਨੂੰ ਉੱਥੇ ਕਿਤੇ ਰੁਕੇ ਕਿਸੇ ਉਹਦੇ ਦੋਸਤ ਦੇ, ਸਵੇਰ ਨੂੰ ਉੱਥੇ ਪੇਪਰ ਦਿੱਤਾ ਐਂਡ ਵਾਪਸ ਆਉਂਦੀ ਆ ਸਾਨੂੰ ਲਿਫਟ ਮਿਲ ਗਈ। ਕੋਈ ਬਰੈਂਪਟਨ ਆ ਰਿਹਾ ਸੀ ਇੰਡੀਅਨ ਕਪਲ, ਆਈ ਰਿਮੈਂਬਰ, ਉਹਨਾਂ ਨੇ ਸਾਨੂੰ ਲਿਫਟ ਦੇ ਦਿੱਤੀ। ਸੋ ਮਤਲਬ ਆਪਾਂ ਇੱਦਾਂ ਦੇ ਐਕਸਪੀਰੀਅੰਸਿਸ ਬਹੁਤ ਕੀਤੇ। ਨਵੇਂ ਤੁਸੀਂ ਲੈਂਡ ਹੋ, ਤੁਹਾਨੂੰ ਕੁਛ ਨਹੀਂ ਪਤਾ ਹੁੰਦਾ, ਜੋ ਮਤਲਬ ਤੁਸੀਂ ਯੂ ਜਸਟ ਗੋ ਵਿਦ ਦ ਫਲੋ, ਜੋ ਦਿਖ ਰਿਹਾ ਆ, ਜੋ ਓਪਰਚੁਨਿਟੀ ਆ ਰਹੀ ਹੈ, ਕੁਛ ਵੀ ਕਿਸੇ ਤੋਂ ਸੁਣ ਲਿਆ, ਉਹ ਬਸ ਟਰਾਈ ਕਰਦੇ ਚਲੋ, ਦੈਟਸ ਹਾਊ ਇਟ ਇਜ਼। ਸੋ ਆਪਾਂ ਇੱਦਾਂ ਕਰਦੇ ਕਾਲਜ ਦੇ ਵੀ ਹਿਸਾਬ ਕਿਤਾਬ ਜਾਣ ਲਏ ਵੀ ਕਿ ਕਿੱਦਾਂ ਪਾਸ ਹੋਣਾ ਆ। ਆਲ ਬੀ ਓਨੈਸਟ, ਮੈਂ ਸ਼ੁਰੂ ਤੋਂ ਇੱਦਾਂ ਦਾ ਇਨਸਾਨ ਆ ਜਿਹਨੂੰ ਪ੍ਰੈਕਟੀਕਲ ਚੀਜ਼ਾਂ 'ਤੇ ਹੀ ਵਿਸ਼ਵਾਸ ਆ, ਪ੍ਰੈਕਟੀਕਲ ਚੀਜ਼ਾਂ ਹੀ ਕਰਨੀਆਂ ਪਸੰਦ ਕਰਦਾ, ਹੈਂਡਸ ਔਨ ਜੋਬ ਰਾਦਰ ਦੈਨ ਥਿਊਰੀ ਚੀਜ਼ਾਂ ਕਰਨੀਆਂ ਵੀ ਹਾਂ ਬਈ ਇੱਥੇ ਲਿਖਿਆ X+X = 2X ਅਤੇ ਉਹ ਕਰ ਲਓ। ਸੋ ਮੈਂ ਪ੍ਰੈਕਟੀਕਲ 'ਚ ਵਧੀਆ ਪਰਫੋਰਮ ਕਰਦਾ ਸੀਗਾ ਕਾਲਜ ਦੇ ਵਿੱਚ, ਓਕੇ ਕਹਿ ਦੂੰਗਾ, ਓਕੇ ਕਰਦਾ ਸੀਗਾ। ਬਟ ਹਾਂ ਅਕੈਡਮਿਕ ਦੇ ਵਿੱਚ ਮੈਂ ਇੰਨਾ ਕੋਈ ਖਾਸ ਨਹੀਂ ਸੀ, ਨਾ ਹੀ ਮੈਨੂੰ ਖਾਸ ਬਣਨਾ ਸੀਗਾ। ਮੈਨੂੰ ਸੀਗਾ ਵੀ ਪਾਸ ਹੋਈਏ, ਖਰਚੇ ਮੈਨੇਜ ਹੋਣ ਅਤੇ ਜਾਈਏ। ਸੋ ਕਾਫੀ ਤਰੀਕੇ ਦੀਆਂ ਜੋਬਸ ਕੀਤੀਆਂ, ਕਾਫੀ ਆਡ ਜੋਬਸ, ਜਦੋਂ ਤੱਕ ਮੈਨੂੰ ਸਿਕਿਉਰਿਟੀ ਵਗੈਰਾ ਦੀ ਜੋਬ ਨਹੀਂ ਮਿਲ ਗਈ। ਐਂਡ ਮੈਂ ਉਹ ਜੋਬਸ ਬਾਰੇ ਜ਼ਿਆਦਾ ਦੱਸੂਗਾ ਨਹੀਂ, ਕਿਉਂਕਿ ਮੈਂ ਕੋਈ ਸਿੰਪਤੀ ਨਹੀਂ ਲੈਣਾ ਚਾਹੁੰਦਾ ਕਿਸੇ ਤੋਂ ਕਿ ਕਿਹੜੇ ਕੰਮ ਕੀਤੇ ਮੈਂ ਕੈਨੇਡਾ ਆ ਕੇ। ਬਟ ਹਾਂ ਮਤਲਬ ਕਾਫੀ ਤਰੀਕੇ ਦੀਆਂ ਜੋਬਸ ਜੋ ਵੀ ਮਿਲ ਜਾਂਦਾ ਸੀ ਕਰ ਲਈਦਾ ਸੀਗਾ ਬਿਨਾਂ ਕੁਝ ਸੋਚੇ ਸਮਝੇ, ਭਾਵੇਂ ਪੈਸੇ 1 ਮਹੀਨੇ ਬਾਅਦ ਆਣੇ ਹੋਣ, ਭਾਵੇਂ ਕੰਮ ਜਿੰਨਾ ਵੀ ਲੋ ਕਿਉਂ ਨਾ ਹੋਵੇ, ਜਿਹਦੇ 'ਚ ਬੰਦੇ ਨੂੰ ਮਹਿਸੂਸ ਹੁੰਦਾ, ਸ਼ਰਮ ਜੀ ਮਹਿਸੂਸ ਹੁੰਦੀ, ਬੇਸਿਕਲੀ ਆਪਾਂ ਕਰ ਲਈਦਾ ਸੀਗਾ। ਸੋ ਕਰਦੇ ਕਰਾਂਦੇ ਸਿਕਿਉਰਿਟੀ ਦੀ ਜੋਬ 'ਤੇ ਪਤਾ ਲੱਗ ਗਿਆ ਵੀ ਕਿ ਇੱਥੇ ਕੰਮ ਕਰਾਂਗੇ 20 ਘੰਟੇ ਤਸੱਲੀ ਨਾਲ ਮਿਲਣਗੇ, ਪੈਸੇ ਵੀ ਵਧੀਆ ਬਣਨਗੇ, ਕੰਮ ਵੀ ਕੋਈ ਜ਼ਿਆਦਾ ਨਹੀਂ, ਆਪਾਂ ਇੱਦਾਂ ਦੇ ਕੰਮ ਕਰ ਲੈਣੇ ਸਿਕਿਉਰਿਟੀ ਦੀ ਜੋਬਸ। ਐਂਡ ਦੈਨ ਕਾਲਜ ਜਾਣਾ, ਠੀਕ ਹੈ ਜੀ, ਪੜ੍ਹਨਾ, ਥੋੜ੍ਹਾ ਬਹੁਤ ਦੇਖਣਾ ਵੀ ਕਿਹੜਾ ਪ੍ਰੋਫੈਸਰ ਕਿੰਨਾ ਲੀਨੀਅੰਟ ਆ, ਕਿਹੜਾ ਨਹੀਂ ਆ, ਕਿੱਦਾਂ ਪਾਸ ਹੋਣਾ। ਐਂਡ ਪੂਰੀ ਕਾਲਜ ਲਾਈਫ ਕਾਫੀ ਸਮੂਥ ਮੇਰੀ ਗਈ ਓਨੈਸਟਲੀ, ਪੜ੍ਹਾਈ ਦੇ ਵਿੱਚ ਦੇ ਹਿਸਾਬ ਤੋਂ ਵੀ। ਇੱਥੇ ਦਾ ਐਜੂਕੇਸ਼ਨ ਸਿਸਟਮ ਇੰਡੀਆ ਦੇ ਨਾਲ ਕਾਫੀ ਵਧੀਆ, ਕੋਈ ਜ਼ਿਆਦਾ ਪ੍ਰੈਸ਼ਰ ਨਹੀਂ ਹੁੰਦਾ ਪੜ੍ਹਾਈ ਦਾ ਕਿ ਤੁਸੀਂ ਕਲਾਸ 'ਚ ਆਉਣਾ ਹੀ ਆਉਣਾ ਹੈ, ਕੁਛ ਵੀ ਮਤਲਬ
ਜਾਂ ਘਰੇ ਤੁਸੀਂ ਇਹ ਹੋਮਵਰਕ ਕਰਕੇ ਆਓ, ਇੱਦਾਂ ਕੁਛ ਨਹੀਂ ਹੁੰਦਾ। ਮੋਸਟ ਆਫ ਦਾ ਮੇਰਾ ਜਿਹੜਾ ਕੋਰਸ ਸੀਗਾ ਕੰਪਿਊਟਰਸ ਨੈਟਵਰਕਿੰਗ, ਉਹ ਕਾਫੀ ਹੈਂਡਸ ਔਨ ਸੀਗਾ। ਸੋ ਮੈਂ ਪ੍ਰੈਕਟੀਕਲ ਚੀਜ਼ਾਂ ਸ਼ੁਰੂ ਤੋਂ ਕੰਪਿਊਟਰ 'ਤੇ ਮੇਰਾ ਹੱਥ ਵਧੀਆ ਸੀਗਾ ਅਤੇ ਮੇਰਾ ਵਧੀਆ ਕੋਰਸ ਨਿਕਲ ਗਿਆ। ਆਈ ਰਿਮੈਂਬਰ ਇੱਕ ਦਿਨ ਮੇਰਾ ਇੱਦਾਂ ਜ਼ਰੂਰ ਸੀਗਾ ਜੋ ਮੈਨੂੰ ਲੱਗਿਆ ਕਿ ਆਪਾਂ ਫੀਲ ਹੋਣ ਲੱਗੇ ਹਾਂ। ਉਹ ਇੰਸੀਡੈਂਟ ਸੀਗਾ ਇੱਦਾਂ ਦਾ ਵੀ ਆਪਣੀ ਇੰਗਲਿਸ਼ ਦਾ ਸਬਜੈਕਟ ਸੀਗਾ ਆਈ ਗੈਸ 3rd ਸਮੈਸਟਰ। ਉਹਦੇ ਵਿੱਚ ਕੀ ਸੀਗਾ, ਆਪਣੀ ਸੀਗੀ ਪ੍ਰੈਜੈਂਟੇਸ਼ਨ ਕਿਸੇ ਚੀਜ਼ ਦੀ। ਆਈ ਰਿਮੈਂਬਰ ਉਹਨਾਂ ਨੇ ਪਾਰਟਨਰਸ ਬਣਾਉਂਦੇ ਹੁੰਦੇ ਸੀ ਯੂਜਲੀ ਅਸਾਈਨਮੈਂਟਸ ਦੇ ਵਿੱਚ, ਪ੍ਰੋਜੈਕਟਸ ਦੇ ਵਿੱਚ, ਐਂਡ ਉਹਦੇ ਵਿੱਚ ਮੇਰਾ ਪਾਰਟਨਰ ਸੀਗਾ ਛੋਟਾ, ਜਿਹਨੂੰ ਕਿ ਤੁਸੀਂ ਕਦੇ ਕਿਸੇ ਵੀਡੀਓ 'ਚ ਦੇਖਿਆ ਹੋਣਾ ਜ਼ਰੂਰ। ਅਤੇ ਉਹ ਫੇਸਬੁੱਕ ਸਾਨੂੰ ਕੋਈ ਗਰੁੱਪ ਮਿਲਿਆ, ਉਹਦਾ ਮਤਲਬ ਸਾਨੂੰ ਉਹ ਮਿਲਿਆ ਟਾਈਟਲ ਫੇਸਬੁੱਕ ਦੇ ਰਿਲੇਟਡ। ਅਸੀਂ ਉੱਥੇ ਗਏ, ਸਾਨੂੰ ਇਹ ਨਹੀਂ ਪਤਾ ਵੀ ਕੀ ਕਰਨਾ ਕੀ ਨਹੀਂ, ਆਪਣੇ ਨੂੰ ਪਤਾ ਸੀ ਆਪਣਾ ਟੌਪਿਕ ਮਿਲਿਆ ਫੇਸਬੁੱਕ। ਹੁਣ ਆਪਾਂ ਇਹ ਅਸਿਊਮ ਕੀਤਾ ਵੀ ਫੇਸਬੁੱਕ ਦੇ ਫਾਇਦੇ ਗਿਣਾਣੇ ਹੋਣੇ ਕਿ ਫੇਸਬੁੱਕ ਕੀ ਆ, ਕੀ ਫਾਇਦੇ, ਕਿੱਦਾਂ ਯੂਜ਼ ਹੁੰਦਾ। ਆਪਾਂ ਉੱਥੇ ਖੜੇ ਹੋਏ, ਕਰ ਦਿੱਤੀ ਪ੍ਰੈਜੈਂਟੇਸ਼ਨ ਸ਼ੁਰੂ, ਮੈਂ ਤੇ ਛੋਟੇ ਨੇ। ਐਂਡ ਆਈ ਰਿਮੈਂਬਰ ਵੀ ਆਪਾਂ ਫਾਇਦੇ ਗਿਣਾ ਰਹੇ। ਮੈਡਮ ਮੈਨੂੰ ਕਹਿੰਦੀ ਕਿ ਬੇਟਾ ਇੱਦਾਂ ਮਤਲਬ ਕੁਛ ਕਹਿਣ ਲੱਗੀ, ਮੈਨੂੰ ਇੰਟਰਪਟ ਕਰਨ ਲੱਗੀ। ਮੈਂ ਕਿਹਾ ਮੈਡਮ ਨਹੀਂ, ਵੇਟ ਅ ਸੈਕਿੰਡ। ਮੈਡਮ ਕਹਿੰਦੀ ਨਹੀਂ ਇੱਦਾਂ ਬੋਲਣਾ। ਮੈਂ ਕਿਹਾ ਮੈਡਮ ਉਸੇ ਪੁਆਇੰਟ 'ਤੇ ਆ ਰਿਹਾ, ਵੇਟ ਅ ਸੈਕਿੰਡ, ਆ ਰਹੇ ਹਾਂ ਬਸ ਆ ਰਹੇ ਹਾਂ। ਪੂਰੀ ਪ੍ਰੈਜੈਂਟੇਸ਼ਨ ਮੈਂ ਖਤਮ ਕਰ ਦਿੱਤੀ। ਐਂਡ ਉਸ ਤੋਂ ਬਾਅਦ ਮੈਡਮ ਕਹਿੰਦੀ ਆਪਾਂ ਫੇਸਬੁੱਕ 'ਤੇ ਇਹ ਕਹਿਣਾ ਸੀ ਕਿ ਅੱਜ ਦੇ ਟਾਈਮ ਦੇ ਵਿੱਚ ਫੇਸਬੁੱਕ ਪਿੱਛੇ ਕਿੱਦਾਂ ਰਹਿ ਰਿਹਾ ਆ, ਐਂਡ ਤੁਸੀਂ ਇੱਥੇ ਗਿਣਾਂਗੇ ਵੀ ਫੇਸਬੁੱਕ ਦੇ ਫਾਇਦੇ ਵਗੈਰਾ ਕੀ ਆ। ਤੁਹਾਡੀ ਪ੍ਰੈਜੈਂਟੇਸ਼ਨ ਹੀ ਪੂਰੀ ਰੋਂਗ ਸੀ। ਮੈਂ ਰੋਕਣ ਦੀ ਵੀ ਕੋਸ਼ਿਸ਼ ਕੀਤੀ ਐਂਡ ਤੁਸੀਂ ਕਿਹਾ ਨਹੀਂ ਅਸੀਂ ਪੁਆਇੰਟ 'ਤੇ ਆ ਰਹੇ ਹਾਂ। ਆਈ ਰਿਮੈਂਬਰ ਦਿਸ ਇੰਸੀਡੈਂਟ। ਐਂਡ ਇਸ ਤੋਂ ਬਾਅਦ ਸਾਨੂੰ ਲੱਗਿਆ ਵੀ ਇੰਗਲਿਸ਼ 'ਚ ਆਪਾਂ ਹੋ ਰਹੇ ਹਾਂ ਫੇਲ, ਕਿਉਂਕਿ ਜਦੋਂ ਟੋਟਲ ਮਾਰਕਸ ਐਡ ਅਪ ਹੋਣ ਲੱਗਦੇ ਸਮੈਸਟਰ ਦੇ ਐਂਡ 'ਤੇ ਸਾਡੇ ਪੂਰੇ ਨਹੀਂ ਬਣ ਰਹੇ ਸੀ। ਫਿਰ ਆਪਾਂ ਕਿਸੇ ਹਿਸਾਬ ਨਾਲ ਮਿੰਨਤਾਂ ਪਈਆਂ ਮੈਡਮ ਨੂੰ, ਐਂਡ ਦੁਆਰ ਤੋਂ ਪ੍ਰੈਜੈਂਟੇਸ਼ਨ ਦਿੱਤੀ ਐਂਡ ਆਪਾਂ ਪਾਸ ਹੋਏ। ਸੋ ਇੱਕ ਇੰਸੀਡੈਂਟ ਸੀਗਾ ਜਿਸ 'ਚ ਮੈਨੂੰ ਲੱਗਿਆ ਕਿ ਫੇਲ ਹੋ ਸਕਦੇ ਹਾਂ ਆਪਾਂ। ਫੇਲ ਹੋਣਾ ਮਤਲਬ ਬਹੁਤ ਮਹਿੰਗਾ ਖਰਚਾ, $1500 ਤੋਂ $2000 ਪਲੱਸ ਤੁਸੀਂ ਰੀਅਪੀਅਰ ਹੁੰਦੇ ਹੋ ਅਗਲੇ ਦੁਆਰ ਤੋਂ 4 ਮਹੀਨੇ ਲਗਾਉਂਦੇ ਹੋ ਸਬਜੈਕਟ ਨੂੰ ਪੜ੍ਹਨ ਲਈ। ਸੋ ਉਹਦੇ ਤੋਂ ਜਿੰਨਾ ਬਚੋ ਉਨਾ ਵਧੀਆ। ਸੋ ਆਪਣਾ ਕਰਦੇ ਕਰਾਂਦੇ ਕਾਲਜ ਲਾਈਫ ਸਾਰੀ ਨਿਕਲ ਗਈ ਸਮੂਥਲੀ। ਐਂਡ ਇੱਕ ਚੀਜ਼ ਤੁਹਾਨੂੰ ਦੱਸੂੰਗਾ, ਜੋ ਤੁਸੀਂ ਟਿਪ ਦਊਂਗਾ, ਜੇ ਤੁਸੀਂ ਪ੍ਰੋਫੈਸਰ ਸਿਲੈਕਟ ਕਰਦੇ ਹੋ ਨਾ, ਸੋ ਕੀ ਹੁੰਦਾ ਜਿੱਦਾਂ ਤੁਹਾਡਾ ਪਹਿਲਾ ਸਮੈਸਟਰ ਡਨ ਹੋ ਗਿਆ, ਹੁਣ ਦੂਜਾ ਸਮੈਸਟਰ ਸ਼ੁਰੂ ਹੋਣਾ, ਉਹਨਾਂ ਤੁਹਾਨੂੰ ਇੱਕ ਪੋਰਟਲ ਖੋਲ ਦੇਣਾ ਜਿੱਥੇ ਲਿਖਿਆ ਹੋਣਾ ਵੀ ਆਹ ਸਬਜੈਕਟ ਤੁਹਾਡੇ 8 ਸਬਜੈਕਟ ਸੈਲੈਕਟ ਸੇ ਹੈ ਨਾ, ਅਗਲੇ ਸਮੈਸਟਰ ਤੁਸੀਂ 8 ਸਬਜੈਕਟਸ ਪੜ੍ਹਨੇ ਆ। ਬਟ ਕਿਹੜੇ ਦਿਨ ਕਿੰਨੇ ਵਜੇ ਤੋਂ ਕਿੰਨੇ ਵਜੇ ਦੀ ਕਲਾਸ ਲੈਣੀ ਆ, ਜਾਂ ਕਿਹੜੇ ਪ੍ਰੋਫੈਸਰ ਦੇ ਆਫਰ ਕੀਤੀ ਹੋਈ ਕਲਾਸ ਲੈਣੀ ਆ, ਉਹ ਤੁਸੀਂ ਖੁਦ ਸਿਲੈਕਟ ਕਰ ਸਕਦੇ ਹੋ। ਟਾਈਮ ਟੇਬਲ ਤੁਹਾਨੂੰ ਇੰਨੀ ਫਲੈਕਸੀਬਿਲਿਟੀ ਸੈਂਟੀਨ ਕਾਲਜ ਦਾ ਦਿੰਦਾ ਸੀ ਮੇਰੇ ਟਾਈਮ 'ਤੇ। ਆਪਾਂ ਕੀ ਕਰਨਾ, ਰੇਟ ਮੈਂ ਪ੍ਰੋਫੈਸਰ ਕਰਕੇ ਇੱਕ ਵੈਬਸਾਈਟ ਹੁੰਦੀ ਸੀ, ਉੱਥੇ ਪਤਾ ਕਰ ਲੈਣਾ ਵੀ ਕਿਹੜੇ ਪ੍ਰੋਫੈਸਰ ਨੂੰ ਕਿਹੜੇ ਨਿਆਣੇ ਨੇ ਕਿੰਨੀ ਰੇਟਿੰਗ ਦਿੱਤੀ ਆ, ਕਿ ਕੋਈ ਇੱਦਾਂ ਦਾ ਪ੍ਰੋਫੈਸਰ ਤਾਂ ਨਹੀਂ ਜਿਹੜਾ ਬਈ ਫੇਲ ਕਰ ਦਊਗਾ, ਇੱਦਾਂ ਹੋ ਜਾਊਗਾ। ਸੋ ਆਪਾਂ ਯੂਜ਼ ਕਰਕੇ ਪ੍ਰੋਫੈਸਰ ਸਿਲੈਕਟ ਕਰ ਲਈਦੇ ਸੀਗੇ। ਸੋ ਇੱਦਾਂ ਕਰਦੇ ਕਰਾਂਦੇ ਆਪਣਾ ਹੋਇਆ। ਐਂਡ ਖਰਚੇ ਦੀ ਗੱਲ ਕਰਾਂ ਵੀ ਸਿਕਿਉਰਿਟੀ ਜੌਬ 'ਚੋਂ ਖਰਚਾ ਤਾਂ ਬੜਾ ਵਧੀਆ ਨਿਕਲ ਜਾਂਦਾ ਸੀਗਾ। ਐਂਡ ਉਸ ਤੋਂ ਇਲਾਵਾ ਫੀਸ ਐਂਡ ਆਲ ਜਿਹੜਾ ਮੈਂ ਇੰਡੀਆ ਤੋਂ ਪੈਸੇ ਲੈ ਕੇ ਆਉਂਦੇ ਸੀ, ਮੈਂ ਕਦੇ ਯੂਜ਼ ਹੀ ਨਹੀਂ ਕਰੇ। ਆਪਾਂ ਕਾਫੀ ਜ਼ਿਆਦਾ ਲੋ ਕੋਸਟ ਲਾਈਫ ਜੀ ਆਪਣੇ ਸਟੂਡੈਂਟ ਲਾਈਫ ਦੇ ਦੌਰਾਨ ਕੋਈ ਜ਼ਿਆਦਾ ਮਹਿੰਗੇ ਖਰਚੇ ਨਹੀਂ ਕੀਤੇ, ਘੱਟ ਤੋਂ ਘੱਟ ਦੇ ਹਿਸਾਬ ਨਾਲ ਚੱਲੇ। ਐਂਡ ਖਰਚੇ ਪਾਣੀ ਤਾਂ ਸਾਰੇ ਇੱਦਾਂ ਹੀ ਲੰਘ ਜਾਂਦੇ ਸੀ, ਜਿਹੜੇ 20 ਘੰਟੇ 'ਚ ਬੰਦਾ ਕਮਾ ਕੇ ਆਉਂਦਾ ਉਹ 'ਚੋਂ ਵੀ ਥੋੜ੍ਹੇ ਬਹੁਤ ਬਚ ਹੀ ਜਾਂਦੇ ਸੀਗੇ। ਐਂਡ ਉਸ ਤੋਂ ਬਾਅਦ ਜਿਹੜਾ ਮੈਂ ਇੰਡੀਆ ਤੋਂ ਪੈਸੇ ਲੈ ਕੇ ਆਇਆ ਸੀਗਾ, ਉਹ ਤਾਂ ਮੈਂ ਕਦੇ ਯੂਜ਼ ਨਹੀਂ ਕਰ ਸੀ। ਸੋ ਉਹ ਮੇਰੇ ਚਲੇ ਗਏ ਸੀ ਫੀਸ ਦੇ ਵਿੱਚ। ਐਂਡ ਪਹਿਲੇ 2 ਸਮੈਸਟਰ ਦੀ ਫੀਸ ਮੇਰੇ ਘਰਦਿਆਂ ਨੇ ਪੇ ਕੀਤੀ ਸੀਗੀ ਇੰਡੀਆ ਤੋਂ। ਐਂਡ ਨਾਲ ਮੈਂ ਜਿਹੜਾ ਕਾਰਡ ਲੈ ਕੇ ਸੀ ਟਰੈਵਲ ਕਾਰਡ, ਉਹਦੇ ਵਿੱਚ ਵੀ ਖਾਸੀ ਅਮਾਊਂਟ ਸੀਗੀ ਕਿ ਹਾਂ ਮੈਨੂੰ ਕਾਫੀ ਵੱਡੀ ਹੈਲਪ ਹੋ ਗਈ ਸੀ ਅਗਲੀਆਂ ਫੀਸਾਂ ਪੇ ਕਰਨ ਦੇ ਵਿੱਚ। ਬੇਸਿਕਲੀ ਅਗਲੀ ਫੀਸ ਕਿਉਂਕਿ 8000 ਕੁਛ ਮੇਰੀ ਪਰ ਸਮੈਸਟਰ ਦੀ ਫੀਸ ਸੀਗੀ। ਬਾਕੀ ਥੋੜ੍ਹਾ ਬਹੁਤ ਪਾਰਟ ਟਾਈਮ ਜੋਬ ਐਂਡ ਥੋੜ੍ਹਾ ਬਹੁਤ ਮੈਂ YouTube 'ਤੇ ਵੀਡੀਓਜ਼ ਪੋਸਟ ਕਰਦਾ ਸੀਗਾ। ਬਟ ਹਾਂ, ਪਹਿਲੇ 6 ਮਹੀਨੇ ਖਰੇ 1 ਸਾਲ ਦਾ ਮੈਂ ਮੋਨੀਟਾਈਜੇਸ਼ਨ ਔਨ ਨਹੀਂ ਕਰੀ, ਯਾਨੀ ਪਹਿਲੇ 6 ਮਹੀਨੇ 1 ਸਾਲ ਇਸ ਚੈਨਲ ਦੇ ਦੌਰਾਨ ਮੈਨੂੰ ਕੋਈ ਪੈਸੇ ਨਹੀਂ ਆਏ। ਸੋ ਫਾਈਨੈਂਸ਼ੀਅਲ ਵਗੈਰਾ ਤਾਂ ਮੇਰੇ ਇੱਦਾਂ ਹੀ ਮੈਨੇਜ ਹੋ ਗਏ ਸੀਗੇ, ਕੁਛ ਪਾਰਟ ਟਾਈਮ ਜੋਬ ਤੋਂ ਐਂਡ ਕੁਛ YouTube ਵਗੈਰਾ ਜਿਹੜਾ ਮੈਂ ਕਰਦਾ ਸੀ ਔਨ ਦਾ ਸਾਈਡ। ਅਤੇ ਮਿਹਨਤੀ ਤਾਂ ਆਪਾਂ ਸੀਗੇ ਓਨੈਸਟਲੀ, ਮਤਲਬ ਜਿਹੜੀ ਓਪਰਚੁਨਿਟੀ ਮਿਲੀ ਸਭ ਕੁਛ ਕੀਤਾ ਠੀਕ ਹੈ। ਮੈਨੂੰ ਯਾਦ ਆ ਬਈ ਮੈਂ ਇੰਨਾ ਜ਼ਿਆਦਾ ਐਕਸਾਈਟਿਡ ਸੀਗਾ ਨਾ ਜਦੋਂ ਮੈਂ ਇੱਥੇ ਨਵਾਂ ਲੈਂਡ ਹੋਇਆ ਸੀਗਾ, ਇੰਨਾ ਜ਼ਿਆਦਾ ਜੋਸ਼ ਸੀਗਾ, ਇੰਨਾ ਕੁਛ ਸੀਗਾ ਕਿ ਮੈਂ ਬਿਲਕੁਲ ਵੀ ਕਦੇ ਇੱਦਾਂ ਨਹੀਂ ਸੋਚਿਆ ਕਿ ਯਾਰ ਹਾਏ ਇਹ ਤਾਂ ਬਹੁਤ ਮੁਸ਼ਕਿਲ ਆ, ਖਰੇ ਮੈਂ ਕਰ ਪਾਊਂਗਾ ਨਹੀਂ ਕਰ ਪਾਊਂਗਾ, ਜਾਂ ਫਿਰ ਇਹ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ। ਮੈਂ ਇੰਨਾ ਜ਼ਿਆਦਾ ਐਕਸਾਈਟਿਡ ਸੀਗਾ ਕੈਨੇਡਾ ਨੂੰ ਲੈ ਕੇ, ਇੱਥੇ ਦੀ ਲਾਈਫ ਨੂੰ ਲੈ ਕੇ, ਕਿ ਮੈਂ ਕਿਹੜੀ ਚੀਜ਼ ਸ਼ੁਰੂ ਕਰ ਰਿਹਾ, ਨਵੀਂ ਜ਼ਿੰਦਗੀ ਸ਼ੁਰੂ ਕਰ ਰਿਹਾ, ਕਿ ਮੈਂ ਬਸ ਕਰਦਾ ਗਿਆ। ਜੋ ਮਿਲਿਆ, ਜਿਹੜੇ ਹਾਲਾਤਾਂ 'ਚ ਮਿਲਿਆ, ਮੈਂ ਕਦੇ ਕੰਪਲੇਂਟ ਨਹੀਂ ਕੀਤੀ, ਮੈਂ ਬਸ ਕਰਦਾ ਗਿਆ ਉਸ ਚੀਜ਼ਾਂ ਨੂੰ। ਠੀਕ ਹੈ, ਜਿਹੜੀ ਓਪਰਚੁਨਿਟੀ ਚਾਹੇ ਕਿਤੋਂ ਸੁਣਿਆ ਹੋਵੇ, ਚਾਹੇ ਕਿਤੇ ਬਾਹਰ ਪੋਸਟਰ ਲੱਗਾ ਦੇਖਿਆ ਹੋਵੇ, ਮੈਂ ਬਿਲਕੁਲ ਨਹੀਂ ਦਿਮਾਗ ਸੋਚਿਆ ਕਿ ਇਹ ਚੀਜ਼ ਕਰਨੀ ਵਰਥ ਇਟ ਹੈ ਕਿ ਨਹੀਂ, ਮੈਂ ਬਸ ਸਿੱਧੇ ਟਰਾਈ ਕਰਦਾ ਗਿਆ। ਐਂਡ ਆਈ ਥਿੰਕ ਇਹ ਜੋਸ਼ ਨਵੇਂ ਬੰਦੇ 'ਚ ਹੁੰਦਾ ਵੀ ਆ, ਐਂਡ ਇਹ ਹੋਣਾ ਵੀ ਚਾਹੀਦਾ, ਤਾਂ ਹੀ ਤੁਸੀਂ ਅੱਗੇ ਵਧਦੇ ਹੋ। ਸੋ ਮੈਂ ਇੱਦਾਂ ਕਰਦੇ ਅੱਗੇ ਵਧਿਆ ਐਂਡ ਫਾਈਨੈਂਸ਼ੀਅਲ ਵਗੈਰਾ ਸਾਰੇ ਮੈਨੇਜ ਹੋ ਗਏ, ਸਾਰੀਆਂ ਫੀਸਾਂ ਵਗੈਰਾ ਪੇ ਹੋ ਗਈਆਂ, ਪਾਸ ਵੀ ਵਗੈਰਾ ਆਪਦੀ ਮਿਹਰ ਦੇ ਨਾਲ। ਬਟ ਹਾਂ ਇੰਨੇ ਵਧੀਆ ਪਰਸੈਂਟੇਜ ਨਹੀਂ ਆਏ ਕਿ ਬਈ ਮੈਂ ਟੌਪਰ ਸੀਗਾ, ਬਟ ਪਾਸ ਹੋ ਗਏ। ਦੈਟ ਵਾਜ਼ ਇਨਫ ਫॉर ਮੀ ਐਟ ਦੈਟ ਟਾਈਮ, ਕਿਉਂਕਿ ਮੇਰਾ ਜਿਹੜਾ ਪ੍ਰੋਗਰਾਮ ਸੀਗਾ ਕੋਈ ਇੰਟਰਨਸ਼ਿਪ ਵਾਲਾ ਨਹੀਂ ਸੀਗਾ, ਮੈਨੂੰ ਕੋਈ ਇੰਟਰਨਸ਼ਿਪ ਨਹੀਂ ਚਾਹੀਦੀ ਸੀ, ਮੈਨੂੰ ਸਿਰਫ ਇੱਕ ਡਿਪਲੋਮਾ ਚਾਹੀਦਾ ਸੀ ਤਾਂ ਕਿ ਮੈਂ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਅਪਲਾਈ ਕਰ ਸਕਾਂ। ਸੋ ਆਪਣਾ ਪੜ੍ਹਾਈ ਖਤਮ ਹੋਈ ਐਂਡ ਫਿਰ ਮੈਂ ਇੰਡੀਆ ਗੇੜਾ ਮਾਰਿਆ ਸੀਗਾ। ਜਿਹਨਾਂ ਨੂੰ ਨਹੀਂ ਪਤਾ, ਬੇਸਿਕਲੀ ਮੈਂ ਗੇੜੇ ਤਾਂ ਕਾਫੀ ਮਾਰੇ ਸੀਗੇ, ਮਤਲਬ ਪਹਿਲਾਂ ਮੈਂ ਅਮਰੀਕਾ ਗਿਆ ਸੀਗਾ ਐਂਡ ਦੈਨ ਫਿਰ ਮੈਂ ਇੰਡੀਆ ਵੀ ਗਿਆ ਸੀ, ਅਤੇ ਫਿਰ ਤਾਂ ਮੈਂ ਮਤਲਬ ਇੱਧਰ ਉੱਧਰ ਆਪਾਂ ਘੁੰਮਦੇ ਰਹੇ ਸੀ ਕਾਲਜ ਲਾਈਫ ਦੇ ਦੌਰਾਨ ਥੋੜ੍ਹਾ ਬਹੁਤ। ਆਈ ਰਿਮੈਂਬਰ ਵਾਪਸ ਮੈਂ ਅਗਸਤ 15 ਨੂੰ ਲੈਂਡ ਹੋਇਆ ਸੀਗਾ ਇੱਥੇ 2019,
ਤੇ ਉਸ ਵੇਲੇ ਮੇਰਾ ਵਰਕ ਪਰਮਿਟ ਹਾਲੇ ਸਟਾਰਟ ਨਹੀਂ ਹੋਇਆ ਸੀ। ਸੋ ਮੈਂ ਇਮੀਗ੍ਰੇਸ਼ਨ ਨੂੰ ਇਹੀ ਕਹਿ ਕੇ ਆਇਆ ਸੀ ਜਦੋਂ ਮੈਂ ਇੱਥੇ ਵਾਪਸ ਲੈਂਡ ਹੋਇਆ ਇੰਡੀਆ ਜਾ ਕੇ ਵਰਕ ਪਰਮਿਟ ਮੇਰਾ ਅਪਲਾਈਡ ਸਟੇਟਸ ਦੇ ਵਿੱਚ ਹੀ ਸੀਗਾ, ਮੇਰਾ ਵਰਕ ਪਰਮਿਟ ਆਇਆ ਨਹੀਂ ਸੀਗਾ। ਐਂਡ ਮੇਰੇ ਸਟੱਡੀ ਪਰਮਿਟ ਨੂੰ 10 ਦਿਨ ਰਹਿੰਦੇ ਸੀ। ਮੈਨੂੰ ਇਮੀਗ੍ਰੇਸ਼ਨ ਅਫਸਰ ਕਹਿੰਦਾ ਵੀ ਤੁਸੀਂ ਇੱਥੇ ਕੀ ਕਰਨ ਆਏ ਹੋ, ਤੇ ਮੈਂ ਕਿਹਾ ਜੀ ਮੈਂ ਇਸ ਵੇਲੇ ਸਟੂਡੈਂਟ ਸਟੇਟਸ 'ਤੇ ਹਾਂ, ਮੈਂ ਇੱਥੇ ਵਾਪਸ ਐਂਟਰੀ ਲੈ ਰਿਹਾ। ਹੋਪਫੁਲੀ ਮੈਨੂੰ ਵਰਕ ਪਰਮਿਟ ਅਪਰੂਵਲ ਆ ਜਾਏਗੀ ਜਦ ਤੱਕ ਮੇਰੀ ਟਾਈਮ ਡਿਊਰੇਸ਼ਨ ਰਹਿੰਦੀ ਹੈ ਸਟੱਡੀ ਪਰਮਿਟ ਦੀ। ਤੇ ਦੁਬਾਰਾ ਤੋਂ ਹੀ ਆਪਾਂ ਇੱਕ ਮੌਂਟਰੀਅਲ ਟ੍ਰਿਪ ਮਾਰਿਆ ਸੀ ਆਪਣੇ ਯਾਰਾਂ ਦੋਸਤਾਂ ਨਾਲ, ਦੈਨ ਆਪਾਂ ਉਹੀ ਸਿਕਿਉਰਿਟੀ ਜੌਬ ਸਟਾਰਟ ਕਰਤੀ ਦੁਬਾਰਾ ਫੁੱਲ ਟਾਈਮ। ਐਂਡ ਸਿਕਿਉਰਿਟੀ ਜੌਬਸ ਵਗੈਰਾ 'ਤੇ ਜਾਂਦੇ ਰਹੇ, ਪੈਸੇ ਪੂਸੇ ਬਣਦੇ ਰਹੇ, ਠੀਕ ਠਾਕ ਬੇਸਿਕ ਪੇਜ ਹੀ ਹੁੰਦੀ ਹੈ, $2000 ਬੰਦੇ ਦਾ ਮਹੀਨੇ ਦਾ ਬਣਦਾ। ਐਂਡ ਦੈਨ ਮੈਂ ਗੱਡੀ ਵੀ ਲੈ ਲਈ ਸੀਗੀ, ਆਈ ਗੈਸ ਅਗਲੇ ਮਹੀਨੇ ਮੈਂ ਗੱਡੀ ਵੀ ਲੈ ਲਈ ਸੀਗੀ ਲੈਂਡ ਹੋਣ ਤੋਂ ਬਾਅਦ। ਸੋ 2000 ਹੀ ਖਰਚਾ ਸੀਗਾ ਐਂਡ 2000 ਹੀ ਕਮਾਈ ਸੀਗੀ। ਬਟ ਉਸ ਵੇਲੇ ਆਪਣੀ ਕਮਾਈ ਇੰਪੋਰਟੈਂਟ ਨਹੀਂ ਸੀ, ਉਸ ਵੇਲੇ ਇੰਪੋਰਟੈਂਟ ਸੀਗਾ ਵੀ ਇੱਦਾਂ ਦੀ ਜੌਬ ਲੱਭੀ ਜਾਵੇ ਜਿਹੜੀ ਕਿ ਸਾਨੂੰ ਫਾਇਦਾ ਕਰੇ PR ਦੇ ਵਿੱਚ। ਹੁਣ ਉਸ ਟਾਈਮ ਤੱਕ ਨਾ ਜਦੋਂ ਕਾਲਜ ਟਾਈਮ 'ਚ ਹੁੰਦਾ ਬੰਦਾ, ਉਸ ਟਾਈਮ ਤੱਕ ਮੇਰਾ ਦਿਮਾਗ ਇੱਦਾਂ ਬਣ ਗਿਆ ਸੀ ਵੀ ਬੰਦਾ ਜੋ ਲੋਕਾਂ ਤੋਂ ਸੁਣਦਾ ਬੰਦੇ ਲਈ ਉਹੀ ਸੱਚਾਈ ਹੋ ਜਾਂਦੀ ਆ। ਮਤਲਬ ਕਾਲਜ ਟਾਈਮ ਦੇ ਦੌਰਾਨ ਤੁਹਾਡੇ ਜਿੰਨੇ ਕਨੈਕਸ਼ਨ ਕਾਲਜ ਟਾਈਮ ਦੇ ਦੌਰਾਨ ਹੁੰਦੇ ਨੇ ਉਨੇ ਕਨੈਕਸ਼ਨ ਤੁਹਾਡੇ ਬਾਅਦ 'ਚ ਕਦੇ ਨਹੀਂ ਬਣਨੇ ਲਾਈਫ ਦੇ ਵਿੱਚ। ਸੋ ਉਦੋਂ ਮੇਰੇ ਜਿੰਨੇ ਕਨੈਕਸ਼ਨ ਸੀਗੇ, ਜੋ ਵੀ ਗੱਲਬਾਤ ਚੱਲਦੀ ਸੀ, ਸੁਣਨ ਨੂੰ ਮਿਲਦੀ ਸੀ, ਆਪਾਂ ਉਹਦੇ 'ਤੇ ਵਿਸ਼ਵਾਸ ਰੱਖੀਦਾ ਸੀ। ਉਦੋਂ ਤਾਂ ਲੱਗਦਾ ਸੀ ਬਈ ਕੀ ਕਹਿੰਦੇ PNP ਮਤਲਬ ਛੋਟੀ PR, ਤੁਸੀਂ ਉਸ ਸਟੇਟ 'ਚੋਂ PR ਹੋ ਗਏ ਹੋ, ਤੁਹਾਨੂੰ ਉੱਥੋਂ ਕੋਈ ਨਹੀਂ ਕੱਢ ਸਕਦਾ। ਐਂਡ PR ਯਾਨੀ ਐਕਸਪ੍ਰੈਸ ਐਂਟਰੀ ਫੈਡਰਲ PR, ਬਈ ਹੁਣ ਤੁਸੀਂ ਕੰਟਰੀ 'ਚ ਪੱਕੇ ਹੋ ਗਏ, ਇੱਦਾਂ ਲੱਗਦਾ ਸੀਗਾ। ਬਟ ਜਦੋਂ ਆਪਾਂ ਵਰਕ ਪਰਮਿਟ ਵਗੈਰਾ 'ਤੇ ਆਏ, ਸਿਕਿਉਰਿਟੀ ਜੌਬ ਵਗੈਰਾ ਸ਼ੁਰੂ ਕੀਤੀ ਦੁਬਾਰਾ ਤੋਂ, ਹੈ ਨਾ, ਐਂਡ ਨਵੀਂ ਓਪਰਚੁਨਿਟੀਜ਼ ਲੱਭਣੀਆਂ ਸ਼ੁਰੂ ਕੀਤੀਆਂ, ਉਦੋਂ ਪਤਾ ਲੱਗਾ ਵੀ ਕਿ PNP ਕੀ ਹੁੰਦੀ ਹੈ, ਐਕਸਪ੍ਰੈਸ ਐਂਟਰੀ ਕੀ ਹੁੰਦੀ ਹੈ, ਠੀਕ ਹੈ ਜੀ। ਅਤੇ ਓਨਟਾਰੀਓ ਵਿੱਚ ਕਿੰਨਾ ਕੁ ਆਸਾਨ ਆ, ਦੂਜੀ ਪ੍ਰੋਸੈਸ 'ਚ ਕਿੰਨਾ ਆਸਾਨ ਆ, ਕੀ ਹਿਸਾਬ ਕਿਤਾਬ ਹੈ ਅੱਗੇ PR ਹੁੰਦਾ। ਸੋ ਕਰਦੇ ਕਰਾਂਦੇ ਬਈ ਗੱਲਬਾਤ ਸਾਰਿਆਂ ਨਾਲ ਕਰਦੇ ਕਰਾਂਦੇ ਸਰਕਲ 'ਚ ਵੀ ਜਿਹਦਾ ਨੰਬਰ ਮਿਲ ਜੇ ਉਹਨੂੰ ਫੋਨ ਕਰ ਲਓ ਵੀ ਤੁਸੀਂ ਕਿਸ ਹਿਸਾਬ ਨਾਲ ਹੈਲਪ ਕਰ ਸਕਦੇ ਹੋ, ਕੁਛ ਬਣ ਸਕਦਾ। ਐਂਡ ਫਿਰ ਕਰਦੇ ਕਰਾਂਦੇ ਇੱਕ ਓਪਰਚੁਨਿਟੀ ਮਿਲੀ, ਪਹਿਲਾਂ ਛੋਟੇ ਨੂੰ ਐਂਡ ਦੈਨ ਮੈਨੂੰ। ਉਹ ਸੀਗੀ NCR ਦੇ ਵਿੱਚ। NCR ਹੈਗੀ ਮਲਟੀਨੈਸ਼ਨਲ ਕੰਪਨੀ, ਠੀਕ ਹੈ ਜੀ, ਤੁਹਾਨੂੰ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਮਿਲ ਜਾਏਗੀ। ਉੱਥੇ ਸਾਨੂੰ ਮਿਲੀ ਫੀਲਡ ਟੈਕਨੀਸ਼ੀਅਨ ਦੀ ਜੌਬ। ਅਤੇ ਫੀਲਡ ਟੈਕਨੀਸ਼ੀਅਨ ਦੀ ਜੌਬ ਬੇਸਿਕਲੀ ਸਕਿੱਲ ਟ੍ਰੇਡ ਦੇ ਵਿੱਚ ਵੀ ਆਉਂਦੀ ਆ, ਯਾਨੀ ਤੁਸੀਂ PNP ਵੀ ਫਾਈਲ ਕਰ ਸਕਦੇ ਹੋ ਐਂਡ ਉਹ ਐਕਸਪ੍ਰੈਸ ਐਂਟਰੀ ਵੀ ਕਰ ਸਕਦੇ ਹੋ। ਐਂਡ ਆਈ ਰਿਮੈਂਬਰ ਕਿ ਮੇਰੇ ਪਹਿਲੇ ਕੁਝ ਦਿਨ ਸੀਗੇ ਉਸ ਜੌਬ 'ਤੇ, ਐਂਡ ਇੱਕ ਬੰਦੇ ਨੇ ਮੈਨੂੰ ਆ ਕੇ ਪੁੱਛਿਆ ਵੀ ਕਹਿੰਦੇ ਵੀ ਹਾਂਜੀ ਤੁਸੀਂ ਕਿਹੜੀ ਕੰਪਨੀ ਤੋਂ, ਉਸੇ ਕੰਪਨੀ ਦੇ ਆਫਿਸ ਦੇ ਵਿੱਚ। ਅਤੇ ਮੈਂ ਕਿਹਾ ਜੀ NCR, ਮੈਂ ਤਾਂ ਇੱਥੇ ਹੀ ਕੰਮ ਕਰ ਰਿਹਾ। ਫਿਰ ਮੇਰੇ ਨਾਲ ਜਿਹੜਾ ਬੰਦਾ ਮੈਨੂੰ ਟ੍ਰੇਨ ਕਰ ਰਿਹਾ ਸੀ ਉਹਨੇ ਕਿਹਾ, ਕਹਿੰਦਾ ਨਹੀਂ ਜੀ ਇਹ ਇਸ ਏਜੰਸੀ ਤੋਂ ਆ। ਅਤੇ ਮੈਂ ਉਸ ਵੇਲੇ ਸੋਚਾਂ 'ਚ ਪੈ ਗਿਆ, ਮੈਂ ਕਿਹਾ ਯਾਰ ਇਹਨੇ ਕਿਹੜੀ ਏਜੰਸੀ ਦਾ ਨਾਮ ਲੈਤਾ ਬਈ। ਫਿਰ ਮੈਂ ਘਰੇ ਗਿਆ, ਪੇਪਰ ਵਰਕ ਵਗੈਰਾ ਚੈੱਕ ਕੀਤੇ, ਉੱਥੇ ਹੋਰ ਲੋਕਾਂ ਨਾਲ ਗੱਲ ਕੀਤੀ, ਪਤਾ ਲੱਗਾ ਵੀ ਜਿਹੜੇ ਆਪਾਂ ਪੇਪਰ ਵਰਕ ਸਾਈਨ ਕੀਤੇ ਉਹ ਡਾਇਰੈਕਟ ਕੰਪਨੀ ਦੇ ਨਹੀਂ, ਆਪਾਂ ਕਿਸੇ ਏਜੰਸੀ ਦੇ ਥਰੂ ਇਸ ਕੰਪਨੀ 'ਚ ਹਾਇਰ ਹੋਏ ਹਾਂ ਐਜ਼ ਏ ਕੰਟਰੈਕਟਰ। ਅਤੇ ਉਸ ਵੇਲੇ ਸਾਰੀ ਸੀਨ ਬਦਲ ਗਿਆ, ਕਿਉਂਕਿ ਕੰਟਰੈਕਟ ਪੀਰੀਅਡ ਵਰਸਿਸ ਏ ਪਰਮਾਨੈਂਟ ਪੋਜੀਸ਼ਨ ਬਹੁਤ ਵੱਡਾ ਡਿਫਰੈਂਸ ਆਉਂਦਾ ਆ। ਉੱਦਾਂ ਦਾ ਡਿਫਰੈਂਸ ਹੁੰਦਾ ਕਿ ਪਰਮਾਨੈਂਟ ਇੰਪਲੋਈ ਨੂੰ ਜਿਹੜੇ ਬੈਨੀਫਿਟਸ ਮਿਲਦੇ ਆ, ਬਟ ਇਮੀਗ੍ਰੇਸ਼ਨ ਦੇ ਨਜ਼ਰ ਦੇ ਵਿੱਚ ਵੀ ਯੂ ਹੈਵ ਟੂ ਸਿਕਿਉਰ ਏ ਪਰਮਾਨੈਂਟ ਜੌਬ, ਪਰਮਾਨੈਂਟ ਪੋਜੀਸ਼ਨ ਵਿਦ ਏ ਕੰਪਨੀ ਐਜ਼ ਇੰਪਲੋਏ, ਤਾਂ ਹੀ ਤੁਹਾਨੂੰ ਪਰਮਾਨੈਂਟ ਰੈਜ਼ੀਡੈਂਸੀ ਦੇ ਵਿੱਚ ਮਦਦ ਮਿਲਦੀ ਹੈ, ਨਹੀਂ ਤਾਂ ਤੁਹਾਡਾ ਕੰਮ ਬਹੁਤ ਕੰਪਲੀਕੇਟਡ ਆ। ਸੋ 3 ਮਹੀਨੇ ਦਾ ਕੰਟਰੈਕਟ ਸੀਗਾ ਐਂਡ ਸਿੰਸ ਇਟ ਵਾਜ਼ ਮਾਈ ਵੈਰੀ ਫਸਟ IT ਜੌਬ, ਮੈਂ ਪੂਰਾ ਜ਼ੋਰ ਲਾਇਆ, ਮੈਂ ਅਤੇ ਮੇਰੇ ਨਾਲ ਆਪਣੇ ਭਰਾ ਛੋਟੇ ਨੇ, ਐਂਡ ਆਪਾਂ ਕਾਫੀ ਵਧੀਆ ਪਰਫੋਰਮ ਕਰ ਰਹੇ ਸੀਗੇ। ਸੋ 3 ਮਹੀਨੇ ਦਾ ਕੰਟਰੈਕਟ ਰੀਨਿਊ ਅੱਗੇ 3 ਮਹੀਨੇ, ਫਿਰ ਅੱਗੇ 3 ਮਹੀਨੇ। ਉਸ ਟਾਈਮ ਤੱਕ ਮੈਂ ਸਮਝ ਗਿਆ ਸੀਗਾ ਇਸ ਜੌਬ ਨੇ ਸਾਨੂੰ ਹੈਲਪ ਨਹੀਂ ਕਰਨਾ, ਅਤੇ ਮੈਂ ਹੋਰ ਆਪਸ਼ਨਸ ਦੇਖਣ ਲੱਗ ਗਿਆ ਸੀਗਾ। ਅਤੇ ਮੈਨੂੰ ਉਸ ਵੇਲੇ ਲੱਗਿਆ ਵੀ 1 ਸਾਲ ਲੰਘ ਚੁੱਕਾ ਵਰਕ ਪਰਮਿਟ ਦਾ, ਆਲਮੋਸਟ 1 ਸਾਲ, ਕਿਉਂਕਿ ਪਹਿਲਾਂ ਬੰਦੇ ਨੇ ਸਿਕਿਉਰਿਟੀ ਜੌਬ ਥੋੜ੍ਹੀ ਕੀਤੀ ਸੀਗੀ ਫੁੱਲ ਟਾਈਮ, ਅਤੇ ਆਪਾਂ ਵਰਕ ਪਰਮਿਟ 'ਤੇ ਆ ਗਏ। ਐਂਡ ਦੈਨ ਆਪਾਂ ਅੱਗੇ ਕੰਮ ਕੀਤਾ ਬਈ ਫੀਲਡ ਟੈਕਨੀਸ਼ੀਅਨ ਦਾ, ਬਟ ਉਹ ਕਾਊਂਟ ਨਹੀਂ ਹੋ ਰਿਹਾ। ਸੋ 1 ਸਾਲ ਲੰਘ ਚੁੱਕਿਆ, ਹੁਣ 2 ਸਾਲ ਰਹਿ ਗਏ। ਹੁਣ ਕੀ ਕਰਾਂਗੇ, ਕਿਉਂਕਿ 1 ਸਾਲ ਦਾ ਤਾਂ ਵਰਕ ਐਕਸਪੀਰੀਅੰਸ ਹੀ ਚਾਹੀਦਾ। ਉਸ ਤੋਂ ਬਾਅਦ ਥੋੜ੍ਹਾ ਪ੍ਰੋਸੈਸਿੰਗ ਟਾਈਮ ਵੀ ਤਾਂ ਹੁੰਦਾ ਕਿ ਕਦੋਂ PNP ਆਈ ਜਾਂ ਐਕਸਪ੍ਰੈਸ ਐਂਟਰੀ ਆਈ, ਕਦੋਂ ਡਾਕੂਮੈਂਟ ਸਬਮਿਟ ਹੋਏ, ਕਦੋਂ ਅਪਰੂਵਲ ਆਈ, ਉਹ ਸਾਰਾ ਚੀਜ਼ਾਂ ਟਾਈਮ ਕੰਜ਼ਿਊਮਿੰਗ ਆ ਕਾਫੀ। ਸੋ ਉਸ ਟਾਈਮ ਤੋਂ ਕਾਫੀ ਜ਼ਿਆਦਾ ਸਟ੍ਰੈਸਫੁਲ ਹੋਣ ਲੱਗ ਗਿਆ। ਬਹੁਤ ਸਾਰੇ ਏਜੰਟਾਂ ਨੂੰ ਮਿਲਿਆ, ਬਹੁਤ ਸਾਰੇ ਲਾਇਰਸ ਨੂੰ ਵੀ ਮਿਲਿਆ, ਐਂਡ ਬਹੁਤ ਸਾਰੀ ਚੀਜ਼ਾਂ ਦੇਖੀਆਂ। ਐਂਡ ਫਿਰ ਮੈਨੂੰ ਲੱਗਿਆ ਕਿ ਯਾਰ ਜਿਹੜੇ ਏਜੰਟ ਚੀਜ਼ਾਂ ਆਫਰ ਕਰ ਰਹੇ ਨੇ ਉਹਦੇ ਵਿੱਚ ਕੀ ਆ ਕਿ ਤੁਹਾਨੂੰ ਆਪਾਂ ਕਿਤੇ ਮੂਵ ਕਰਾ ਦੇਣੇ ਕਿਸੇ ਰੂਰਲ ਏਰੀਆ, ਜਿੱਥੇ ਤੁਸੀਂ ਜਾ ਕੇ ਕਿਸੇ ਪੈਟਰੋਲ ਪੰਪ 'ਤੇ ਕਰੋ, ਕਿਸੇ ਟਿਮ 'ਤੇ ਕੰਮ ਕਰੋ, ਕਿਸੇ ਕਨਵੀਨੀਅੰਸ ਸਟੋਰ 'ਤੇ ਕੰਮ ਕਰੋ ਅਗਲੇ 1 ਸਾਲ 2 ਸਾਲ, ਐਂਡ ਇੰਨੇ ਪੈਸੇ ਸਾਨੂੰ 30,000 40,000 20,000 ਪੈਸੇ ਜਮ੍ਹਾਂ ਕਰਾਓ। ਇਹ ਚੀਜ਼ ਮੈਨੂੰ ਕਾਫੀ ਜ਼ਿਆਦਾ ਹੌਰੀਫਾਈਂਗ ਲੱਗੀ ਓਨੈਸਟਲੀ, ਕਿਉਂਕਿ ਮੈਂ ਆਪਣੇ ਆਪ ਨੂੰ ਉਸ ਸਟੇਜ 'ਤੇ ਕਦੇ ਇਮੈਜਿਨ ਹੀ ਨਹੀਂ ਕੀਤਾ ਸੀ ਮੈਂ ਉੱਥੇ ਹੋਊਂਗਾ। ਅਤੇ ਫਿਰ ਕਰਦੇ ਕਰਾਂਦੇ ਬਈ ਮੈਂ ਇੱਕ ਚੀਜ਼ ਦੇਖ ਲਈ ਸੀ ਕਿ ਬਈ ਜਿਹੜੀ ਮੈਂ ਜੌਬ ਕਰ ਰਿਹਾ ਸੀਗਾ ਉਹਨੇ ਮੈਨੂੰ ਹੈਲਪ ਨਹੀਂ ਕਰਨਾ, ਐਂਡ ਇਸ ਤੋਂ ਬਾਹਰ ਨਿਕਲਣ ਦਾ ਇੱਕ ਹੀ ਆਪਸ਼ਨ ਆ, ਮੈਂ ਕੰਪਨੀ ਛੱਡਾਂ। ਜਦੋਂ ਮੈਂ ਕੰਪਨੀ ਛੱਡੂੰਗਾ, ਪੈਸੇ ਆਉਣੇ ਬੰਦ ਹੋ ਗਏ, ਤਾਂ ਹੀ ਮੇਰੇ 'ਤੇ ਪ੍ਰੈਸ਼ਰ ਆਊਗਾ ਬਈ ਹੁਣ ਛੇਤੀ ਤੋਂ ਛੇਤੀ ਕੁਛ ਕਰੀਏ। ਉਹ ਕੰਪਨੀ ਮੈਂ ਛੱਡੀ ਐਂਡ ਮੈਂ ਨਵੀਂ ਕੰਪਨੀ 'ਚ ਗਿਆ। ਉਹ ਸੀਗੀ ਅਲਾਰਮ ਟੈਕਨੀਸ਼ੀਅਨ ਟਾਈਪ ਦੀ, ਉਹ ਵੀ ਉਹਦੇ 'ਚ ਆਉਂਦੀ ਸਕਿੱਲ ਟ੍ਰੇਡ ਵਗੈਰਾ। ਮੈਂ ਪਹਿਲਾਂ ਹੀ ਗੱਲ ਕਰ ਲਈ ਵੀ ਮੈਂ PR ਫਾਈਲ ਕਰਨੀ, ਮੈਨੂੰ ਇਹ ਡਾਕੂਮੈਂਟ ਸਪੋਰਟਿੰਗ ਡਾਕੂਮੈਂਟਸ ਜੋ ਵੀ ਹੈਗਾ ਸਭ ਚਾਹੀਦਾ ਹੋਊਗਾ। ਕਹਿੰਦੇ ਡਨ ਹੈ। ਮੈਂ ਗਿਆ ਟ੍ਰੇਨਿੰਗ 'ਤੇ, ਐਂਡ ਉਹ 2 ਹਫ਼ਤੇ ਟ੍ਰੇਨਿੰਗ ਦੇ ਮੈਨੂੰ ਲਾਈਫ ਦੇ ਵਿੱਚ ਕਦੇ ਨਹੀਂ ਇੱਦਾਂ ਮਹਿਸੂਸ ਹੋਇਆ ਕਿ ਮੈਂ ਕੁਛ ਨਹੀਂ ਕਰ ਸਕਦਾ ਜਿਹੜੇ ਉਹ 2 ਹਫ਼ਤਿਆਂ ਦੇ ਦੌਰਾਨ ਮੈਨੂੰ ਮਹਿਸੂਸ ਹੋਇਆ। ਮੇ ਬੀ ਇਟ ਵਾਜ਼ ਅ ਜੌਬ ਔਰ ਮੇ ਬੀ ਉਹ ਕੰਪਨੀ ਦਾ ਕਲਚਰ,
ਮੇ ਬੀ ਜਿਹੜਾ ਬੰਦਾ ਮੈਨੂੰ ਟ੍ਰੇਨ ਕਰ ਰਿਹਾ ਸੀਗਾ ਉਹ, ਬਟ ਮੈਨੂੰ ਲੱਗਿਆ ਕਿ ਯਾਰ ਇਹ ਚੀਜ਼ ਮੈਂ ਨਹੀਂ ਕਰ ਸਕਦਾ। ਆਈ ਰਿਮੈਂਬਰ ਮੈਂ ਸਵੇਰੇ ਜਾਂਦਾ ਸੀਗਾ, ਸ਼ਾਮ ਤੱਕ ਪੂਰੇ ਟਾਈਮ ਡਿਊਰੇਸ਼ਨ ਜਿੰਨੀ ਟ੍ਰੇਨਿੰਗ ਦਾ ਪੀਰੀਅਡ ਹੁੰਦਾ ਸੀ ਮੇਰੇ ਦਿਮਾਗ 'ਚ ਇਹੀ ਚੱਲਦਾ ਰਹਿੰਦਾ ਸੀ, ਯਾਰ ਕੀ ਕਰੂੰਗਾ ਮੈਂ, ਦਿਸ ਇਜ਼ ਨੋਟ ਗੋਇੰਗ ਟੂ ਹੈਪਨ, ਮੈਂ ਇਹ ਜੋਬ ਨਹੀਂ ਕਰ ਸਕਦਾ, ਮੈਂ ਘਰੇ ਕੀ ਕਮਾਂ, ਕਿੱਦਾਂ ਕਮਾਂ। ਉਹਨਾਂ ਨੇ ਬਈ ਮੈਨੂੰ ਹੁਣ ਪੈਸੇ ਲੋਨ 'ਤੇ ਲੈਣਾ ਪੈਣੇ ਤੁਹਾਨੂੰ ਇੰਨੇ ਕਿ ਮੈਂ ਕਿਸੇ ਏਜੰਟ ਨੂੰ ਦੇ ਸਕਾਂ, ਐਂਡ ਫਿਰ ਮੈਂ ਮੂਵ ਹੋਵਾਂ, ਐਂਡ ਮੂਵ ਹੋ ਕੇ ਵੀ ਮੈਂ ਕੋਈ ਬਹੁਤ ਛੋਟੀ ਜਿਹੀ ਜੋਬ ਕਰਦਾ ਵਾਂ ਜਿਹਦਾ ਕਿ ਕੋਈ ਫਿਊਚਰ ਨਹੀਂ ਹੋਊਗਾ। ਉਹ ਤਾਂ ਮਤਲਬ ਕਾਫੀ ਡਿਪਰੈਸਿੰਗ ਜਿਹੀ ਚੀਜ਼ ਹੋਣ ਲੱਗ ਗਈ ਸੀਗੀ। ਸੋ ਫਿਰ ਮੈਂ ਆਫਟਰ 2 ਹਫ਼ਤੇ ਦੀ ਟ੍ਰੇਨਿੰਗ ਮੈਂ ਉਹ ਜੋਬ 'ਚੋਂ ਵੀ ਨਿਕਲ ਗਿਆ। ਫਿਰ ਮੈਂ ਦੁਬਾਰਾ ਹੋਈ ਗੁਜ਼ਾਰੇ ਲਈ ਕੁਛ ਤਾਂ ਕਰਨਾ ਸੀ, ਸਿਕਿਉਰਿਟੀ 'ਤੇ ਆ ਗਏ। ਐਂਡ ਉਸ ਟਾਈਮ 'ਤੇ ਮੈਨੂੰ ਲਾਈਫ 'ਚ ਪਹਿਲੀ ਵਾਰ ਇਹ ਮਹਿਸੂਸ ਹੋਇਆ ਕਿ ਮੈਂ ਆਪਣੀ ਜਵਾਨੀ ਖਰਾਬ ਕਰ ਰਿਹਾ, ਕਿਉਂਕਿ ਮੈਂ ਪਹਿਲਾਂ ਇੱਕ IT ਦੀ ਜੋਬ ਕਰ ਚੁੱਕਿਆ ਸੀ, ਉੱਥੇ ਮੈਂ ਬਹੁਤ ਵਧੀਆ ਪਰਫੋਰਮੈਂਸ ਦਿੱਤੀ ਸੀ, ਮੇਰਾ ਮੈਨੇਜਰ ਬਹੁਤ ਖੁਸ਼ ਸੀਗਾ, ਉਹਨੇ ਜਾਣ ਨਹੀਂ ਦੇਣਾ ਚਾਹੁੰਦਾ ਸੀ। ਬਟ ਇਹੀ ਪ੍ਰੋਬਲਮ ਸੀ ਕਿ ਉਹ ਪਰਮਾਨੈਂਟ EMPLOYE ਨਹੀਂ ਹਾਇਰ ਕਰਦੇ ਆ ਅੰਟਿਲ ਯੂ ਆਰ ਅ ਪਰਮਾਨੈਂਟ ਰੈਜ਼ੀਡੈਂਟ। NCR ਕੰਪਨੀ ਦਾ ਇਹ ਲਾਅ ਹੈ, ਆਈ ਡੋਂਟ ਨੋ ਵਾਈ, ਉਹਨਾਂ ਦਾ ਇਹ ਹਿਸਾਬ ਕਿਤਾਬ ਹੈ ਰੂਲ, ਬਟ ਇਹ ਹੈਗਾ। ਸੋ ਸਿਰਫ ਉਹਦੇ ਕਰਕੇ ਮੈਨੂੰ ਜਾਣਾ ਪਿਆ। ਐਂਡ ਉਸ ਤੋਂ ਬਾਅਦ ਜਦੋਂ ਮੈਂ ਸਿਕਿਉਰਿਟੀ ਦੇ ਦਿਨ ਦੇ 12 ਘੰਟੇ ਬਹਿ ਕੇ ਦੀਵਾਰਾਂ ਵੱਲ ਦੇਖਦਾ ਸੀਗਾ ਇਕੱਲਾ, ਮੈਨੂੰ ਲੱਗਦਾ ਸੀ ਕਿ ਮੈਂ ਆਪਣੀ ਜਵਾਨੀ ਖਰਾਬ ਕਰ ਰਿਹਾ, ਕਿਉਂਕਿ ਮੈਂ ਪਹਿਲਾਂ ਇੰਨੀ ਵਧੀਆ ਪਰਫੋਰਮੈਂਸ ਦੇ ਕੇ ਆਇਆ ਸੀ ਇੱਕ IT ਕੰਪਨੀ ਦੇ ਵਿੱਚ ਕਿ ਮੈਨੇਜਰ ਹੋਵੇ ਜਾਂ ਕੋਈ ਵੀ ਹੋਵੇ ਸਾਰੇ ਬੰਦੇ ਬਹੁਤ ਖੁਸ਼ ਸੀਗੇ, ਟੂ ਅ ਪੋਜੀਸ਼ਨ ਜਿੱਥੇ ਮੈਂ ਇਕੱਲਾ ਬੈਠਾ ਸਾਰਾ ਦਿਨ ਦੀਵਾਰਾਂ ਵੱਲ ਦੇਖਣ ਡਿਆ, ਮੈਂ ਕੁਛ ਨਹੀਂ ਕਰ ਰਿਹਾ, ਡੂਇੰਗ ਨਥਿੰਗ। ਉਹ ਵਰਕ ਐਕਸਪੀਰੀਅੰਸ, ਉਹ ਜੋਬ ਕਿਤੇ ਮੈਨੂੰ ਲੈ ਕੇ ਨਹੀਂ ਜਾਣ ਵਾਲੀ ਸੀਗੀ। ਸੋ ਦੈਨ ਮੈਂ ਪਲਾਨ ਆਊਟ ਕਰਨਾ ਸ਼ੁਰੂ ਕੀਤਾ ਕਿ ਲੈਟਸ ਫਾਈਨਲੀ ਮੂਵ। ਠੀਕ ਹੈ ਜੀ, ਕਿੱਥੇ ਮੂਵ ਹੋਈਏ? ਮੇਰਾ ਸਲਾਹ ਬਣ ਰਹੀ ਸੀ ਕਿ ਪ੍ਰਿੰਸ ਐਡਵਰਡ ਆਈਲੈਂਡ ਜਾਂ ਫਿਰ ਨੋਵਾ ਸਕੋਸ਼ੀਆ, ਕਿਉਂਕਿ ਹੈਲੀਫੈਕਸ ਆਪਣਾ ਬੜਾ ਛੋਟਾ ਮੂਵ ਹੋਇਆ ਸੀਗਾ ਰੀਸੈਂਟਲੀ ਉਸ ਟਾਈਮ 'ਤੇ, ਕਿਉਂਕਿ ਆਪਾਂ ਦੋਨੇ ਸੇਮ ਸਿਚੁਏਸ਼ਨ 'ਚ ਨਿਕਲੇ ਸੀਗੇ। ਟੂ ਬੀ ਓਨੈਸਟ, ਆਪਾਂ ਦੋਨੇ ਪਲਾਨ ਬਣਾਉਣੇ ਸੀਗੇ, ਆਪਣੇ ਪਲਾਨ ਫੇਲ ਹੋ ਜਾਂਦੇ ਸੀਗੇ। ਆਪਾਂ ਦੋਨੋਂ ਸੇਮ ਕੰਪਨੀ 'ਚ ਸੇਮ ਜੋਬ ਕਰ ਰਹੇ ਸੀਗੇ, ਸੇਮ ਆਪਾਂ ਕੋਰਸ ਕੀਤਾ ਸੀ ਇਕੱਠੇ ਸੈਂਟੀਨਲ ਕਾਲਜ ਤੋਂ। ਐਂਡ ਉਹ ਮੇਰੇ ਤੋਂ ਜਸਟ ਲਾਈਕ ਹਫ਼ਤਾ ਤੱਕ ਪਹਿਲਾਂ ਮੂਵ ਹੋਇਆ, ਐਂਡ ਫਿਰ ਮੈਂ ਵੀ ਉਹ ਕੰਪਨੀ ਛੱਡ ਕੇ ਜਿਹੜੇ ਧੱਕੇ ਜਿਹੇ ਖਾਤੇ ਲਾਰਮ ਕੰਪਨੀ 'ਚ ਆ ਗਏ, ਐਂਡ ਦੈਨ ਬੈਕ ਸਿਕਿਉਰਿਟੀ ਕੰਪਨੀ 'ਚ ਆ ਗਏ। ਸੋ ਕਾਫੀ ਕੰਪਲੀਕੇਟਡ ਜੀ ਜਰਨੀ ਰਹੀ ਉਸ ਟਾਈਮ ਦੇ ਦੌਰਾਨ। ਸੋ ਮੈਨੂੰ ਉੱਥੇ ਲੱਗਿਆ ਵੀ ਹੁਣ ਕੁਛ ਨਹੀਂ, ਮੈਂ ਇੱਦਾਂ ਮਨ ਬਣਾ ਲਿਆ ਸੀਗਾ ਕਿ ਯਾਰ ਜੋਬ ਤਾਂ ਆਪਣੇ ਨੂੰ ਮਤਲਬ ਇੱਦਾਂ ਹੋ ਰਿਹਾ ਸੀ, ਮੈਂ ਜੋਬਸ ਅਪਲਾਈ ਕਰ ਰਿਹਾ ਸੀ, ਬਟ ਉਹ ਕਹਿੰਦੇ ਯੂ ਹੈਵ ਟੂ ਬੀ ਹੇਅਰ। ਠੀਕ ਹੈ, ਤੁਸੀਂ ਇਨ ਪਰਸਨ ਇੰਟਰਵਿਊ ਆ ਕੇ ਦਓਗੇ ਤਾਂ ਹੀ ਤੁਹਾਨੂੰ ਜੋਬ ਮਿਲੇਗੀ, ਨਹੀਂ ਤਾਂ ਆਪਾਂ ਤੁਹਾਨੂੰ ਓਨਟਾਰੀਓ ਬੈਠੇ ਨਹੀਂ ਕਹਿ ਸਕਦੇ ਕਿ ਆਪਾਂ ਪ੍ਰੋਮਿਸ ਨਹੀਂ ਕਰ ਸਕਦੇ ਕਿ ਇਹ ਜੋਬ ਤੁਹਾਡੇ ਲਈ ਰਿਜ਼ਰਵ ਹੈ, ਤੁਸੀਂ ਆ ਜਾਓ 2 ਹਫ਼ਤੇ ਬਾਅਦ। ਸੋ ਇੱਦਾਂ ਨਹੀਂ ਚੱਲ ਰਿਹਾ ਸੀਗਾ। ਐਂਡ ਆਈ ਰਿਮੈਂਬਰ ਕਿ ਮੈਂ ਸਲਾਹ ਬਣਾ ਰਹੀ ਸੀ ਕਿ ਯਾਰ ਜਿੱਦਾਂ ਅੱਜ ਇਹ ਹਫ਼ਤਾ ਚੜਿਆ ਰਾਈਟ, ਮੈਂ ਕਿਹਾ ਬਈ ਹੁਣ ਸੰਡੇ ਤੱਕ ਸਮਾਨ ਪੈਕ ਕਰਕੇ ਹੈਲੀਫੈਕਸ ਨਹੀਂ ਤਾਂ ਪ੍ਰਿੰਸ ਐਡਵਰਡ ਆਈਲੈਂਡ ਮੈਂ ਨਿਕਲ ਜਾਣਾ, ਇੰਨੀ ਮੈਂ ਸਲਾਹ ਬਣਾ ਲਈ ਸੀਗੀ। ਸੋ ਮੈਂ ਇਹ ਸਲਾਹ ਬਣਾ ਲਈ ਸੀ। ਐਂਡ ਉਸੇ ਟਾਈਮ ਆਪਣੇ ਇੱਕ ਭਰਾ ਦਾ ਈਮੇਲ ਆਇਆ, ਚਰਨ ਦਾ। ਠੀਕ ਹੈ ਜੀ, ਬਾਕੀ ਮੈਨੂੰ ਆਪਣੇ PEI ਦੇ ਵਿੱਚ ਵੀ ਇੱਕ ਭਰਾ ਦਾ ਈਮੇਲ ਆਇਆ ਸੀ, ਮਤਲਬ ਇੰਸਟਾਗ੍ਰਾਮ ਵਗੈਰਾ 'ਤੇ ਹੌਲੀ ਹੌਲੀ ਗੱਲ ਸ਼ੁਰੂ ਹੋਈ ਸੀ। ਉਹ ਕਹਿੰਦਾ ਬਈ ਆ ਜਾ, ਰੱਖ ਲਾਂਗੇ, ਐਂਡ ਜੋਬ ਵਗੈਰਾ ਵੀ ਮਿਲ ਜਾਏਗੀ। ਸੋ ਭਰਾ ਦਾ ਬਹੁਤ ਥੈਂਕ ਯੂ। ਐਂਡ ਫਿਰ ਆਪਣੇ ਚਰਨ ਭਰਾ ਦਾ ਈਮੇਲ ਆਇਆ ਵੀ ਜਿਹਨੇ ਮੈਨੂੰ ਟੋਰਾਂਟੋ 'ਚ ਜੋਬ ਲਵਾਈ, ਜਿਹੜੀ ਕਿ ਮੈਂ ਇਸ ਵੇਲੇ ਐਟ ਦਿਸ ਮੂਮੈਂਟ ਜਿਹੜੀ ਕਿ ਇਸ ਡੇ 'ਤੇ ਵੀ ਮੈਂ ਕਰ ਰਿਹਾ। ਠੀਕ ਹੈ ਜੀ, ਫਾਈਬਰ ਆਪਟਿਕ ਟੈਕਨੀਸ਼ੀਅਨ ਦੀ। ਸੋ ਉਹਦਾ ਈਮੇਲ ਆਇਆ, ਉਹਨੇ ਰੈਫਰੈਂਸ ਪਾਈ ਐਂਡ ਕੰਮ ਬਣ ਗਿਆ। ਐਂਡ ਮੈਂ ਕਿਹਾ ਬਈ ਰੱਬਾ ਬਚ ਗਏ, ਸ਼ੁਕਰ ਆ, ਕਿਉਂਕਿ $30,000-40,000 ਦਾ ਘਰ ਦੇ ਲੋਨ ਲਊਗੇ, ਉਹਨਾਂ ਦੇ ਸਿਰ 'ਤੇ ਪ੍ਰੈਸ਼ਰ, ਉਹਨਾਂ ਨੂੰ ਵੀ ਰਾਤ ਨੂੰ ਨੀਂਦ ਨਹੀਂ ਆਣੀ, ਤੇ ਇੱਧਰ ਮੈਨੂੰ ਟੈਨਸ਼ਨ ਬਈ ਹੁਣ ਇਹ ਲੋਨ ਲਿੱਤਾ ਵਾ ਕਿਸੇ ਵਧੀਆ ਚੀਜ਼ ਲਈ ਤਾਂ ਨਹੀਂ ਲਿੱਤਾ, ਕਿਸੇ ਏਜੰਟ ਦੀ ਚੋਲੀ 'ਚ ਜਾ ਰਿਹਾ, ਐਂਡ ਕਿਸੇ ਮੈਂ ਰੂਰਲ ਏਰੀਆ 'ਚ ਜਾ ਰਿਹਾ, ਇੱਧਰ ਦੀ ਜੋਬ ਕਰ ਰਿਹਾ, ਇਹਦਾ ਕੋਈ ਫਿਊਚਰ ਨਹੀਂ। ਉਹ ਸਾਰੀ ਚੀਜ਼ ਹੀ ਬਹੁਤ ਜ਼ਿਆਦਾ ਵੇਸਟ ਆਫ ਮਨੀ ਸੀਗੀ ਐਂਡ ਵੇਸਟ ਆਫ ਟਾਈਮ ਸੀਗੀ, ਸਿਰਫ ਇਸ ਲਈ ਕਿ ਹੱਥ 'ਚ PR ਆ ਜਾਏਗੀ। ਉਹ ਮੈਨੂੰ ਇੱਦਾਂ ਫੀਲ ਹੋ ਰਿਹਾ ਸੀਗਾ ਕਿ ਉਹ ਚੀਜ਼ ਨਹੀਂ ਕਰਨੀ ਹੈ, ਅਵੋਇਡ ਕਰਨੀ ਹੈ। ਲੇਕਿਨ ਮੈਨੂੰ ਜਦੋਂ ਇਹ ਜੋਬ ਮਿਲ ਗਈ ਫਾਈਬਰ ਆਪਟਿਕ ਟੈਕਨੀਸ਼ੀਅਨ ਦੀ, ਮੈਂ ਕਿਹਾ ਰੱਬਾ ਸ਼ੁਕਰ ਹੈ ਇਹ ਚੀਜ਼ ਮਿਲੀ ਬਈ, ਹੁਣ ਮੈਨੂੰ ਟੈਨਸ਼ਨ ਨਹੀਂ ਹੈਗੀ ਮੂਵ ਹੋਣ ਦੀ। ਸੋ ਆਪਾਂ ਕੰਮ ਕੀਤਾ, 3 ਮਹੀਨੇ ਪ੍ਰੋਬੇਸ਼ਨ ਪੀਰੀਅਡ ਖਤਮ ਹੋਇਆ ਐਂਡ ਬੈਨੀਫਿਟਸ ਵਗੈਰਾ ਸ਼ੁਰੂ ਹੋਏ। ਫੀਲਿੰਗ ਇੱਕਦਮ ਕੈਮ, ਪਤਾ ਵੀ ਇਹ ਜੋਬ ਨੇ ਸਾਨੂੰ PNP ਵੀ ਫਾਈਲ ਕਰ ਸਕਦੇ ਹਾਂ, ਐਕਸਪ੍ਰੈਸ ਐਂਟਰੀ ਵੀ ਫਾਈਲ ਕਰ ਸਕਦੇ ਹਾਂ। ਕੰਪਨੀ ਇਟਸੈਲਫ ਕਾਫੀ ਵਧੀਆ ਆ, ਸਪੈਸ਼ਲੀ ਐਂਟਰੀ ਲੈਵਲ ਪੋਜੀਸ਼ਨ ਵਾਲਿਆਂ ਲਈ, ਸਟੂਡੈਂਟਸ ਦੇ ਲਈ ਪੈਸੇ ਵੀ ਵਧੀਆ, ਬੈਨੀਫਿਟ ਵੀ ਵਧੀਆ, ਐਂਡ ਵਰਕ ਕਲਚਰ, ਇਨਵਾਇਰਮੈਂਟ ਸਭ ਕੁਝ ਕਾਇਮ ਹੈ। ਤੇ ਆਪਾਂ ਕੰਮ ਕੀਤਾ ਐਂਡ ਦੈਨ ਡਰੋ ਨਿਕਲਿਆ 75 ਪੁਆਇੰਟਸ ਦਾ। ਐਂਡ ਮੈਂ ਕੰਮ ਤੇ ਸੀਗਾ, ਮੈਨੂੰ ਅਚਾਨਕ ਤੋਂ ਸਾਰੇ ਫੋਨ ਮੈਸੇਜਸ ਆਉਣ ਲੱਗੇ ਸਭ ਦੇ, ਤੇ ਯਾਰ ਮੈਂ ਕਿਹਾ ਸ਼ਿਟ ਮੈਨ, ਮੈਂ ਕਿਹਾ ਹੁੰਦਾ ਆਪਣੇ ਹੱਥ 'ਚ ਪੇਪਰ ਵਰਕ, ਅੱਜ ਆਪਣਾ ਸਾਲ ਪੂਰਾ ਹੁੰਦਾ, ਪਹਿਲਾਂ ਇਹ ਓਪਰਚੁਨਿਟੀ ਮਿਲੀ ਹੁੰਦੀ ਤੇ ਅੱਜ ਆਪਣੀ ਫਾਈਲ ਲੱਗੀ ਹੁੰਦੀ, ਚੈੱਕ ਹੁੰਦੀ। ਫਿਰ ਮੈਂ ਕਿਹਾ ਚਲੋ ਕੋਈ ਨਹੀਂ, ਐਟਲੀਸਟ ਮੈਂ ਸਹੀ ਜੋਬ ਕਰ ਰਿਹਾ ਇਸ ਟਾਈਮ, ਮੈਂ ਜਿਹੜੀ ਜੋਬ ਕਰ ਰਿਹਾ ਉਹਦਾ ਮੈਨੂੰ ਫਿਊਚਰ ਦੇਖ ਰਿਹਾ ਕਿ ਮੈਂ ਕੱਲ੍ਹ ਨੂੰ ਫਾਈਲ ਕਰਾਂਗਾ ਐਂਡ ਮੈਨੂੰ ਪਤਾ ਬਈ ਮੈਂ ਕਿਹੜੇ ਰਸਤੇ 'ਤੇ ਤੁਰ ਰਿਹਾ। ਇਹ ਚੀਜ਼ ਮੇਰੇ ਲਈ ਐਜ਼ ਅ ਪਰਸਨ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਕਿ ਮੈਨੂੰ ਪਤਾ ਹੋਣਾ ਚਾਹੀਦਾ ਮੈਂ ਜਿਹੜੇ ਰਸਤੇ 'ਤੇ ਚੱਲ ਰਿਹਾ, ਮੈਂ ਜਿਹੜੀ ਜੋਬ ਕਰ ਰਿਹਾ, ਜਿੱਥੇ ਰਹਿ ਰਿਹਾ, ਇਹ ਜੋ ਡਿਸੀਜਨ ਲੈ ਰਿਹਾ ਉਹ ਮੈਨੂੰ ਕਿੱਥੇ ਲੈ ਕੇ ਜਾਣਗੇ। ਅਗਰ ਮੈਨੂੰ ਪਾਥ ਹੀ ਕਲੀਅਰ ਨਹੀਂ ਦਿਖਦਾ ਤਾਂ ਮੈਂ ਉਸ ਰਸਤੇ 'ਤੇ ਨਹੀਂ ਤੁਰਨਾ ਚਾਹੁੰਦਾ, ਉੱਤੇ ਮਿਹਨਤ ਟਾਈਮ ਨਹੀਂ ਲਗਾਉਣਾ ਚਾਹੁੰਦਾ। ਸੋ ਇਹ ਐਜ਼ ਅ ਪਰਸਨ ਮੈਂ ਇੱਦਾਂ ਸੋਚਦਾ ਹਾਂ, ਬਟ ਉਸ ਜੋਬ 'ਤੇ ਮੈਨੂੰ ਇੱਦਾਂ ਦਿਖ ਰਿਹਾ ਸੀ। ਸੋ ਮੈਂ ਕਿਹਾ ਚੱਲ ਕੋਈ ਨਹੀਂ, 75 ਪੁਆਇੰਟ ਨਹੀਂ ਤਾਂ ਕੋਈ ਨਹੀਂ, PNP ਫਾਈਲ ਕਰ ਦਾਂਗੇ, ਐਕਸਪ੍ਰੈਸ ਐਂਟਰੀ ਲਗਾ ਦਾਂਗੇ, ਕੁਛ ਨਾ ਕੁਛ ਕਰ ਲਾਂਗੇ, ਟੈਨਸ਼ਨ ਵਾਲੀ ਗੱਲ ਨਹੀਂ। ਐਂਡ ਦੈਨ TR to PR ਅਨਾਊਂਸ ਹੋਇਆ। ਉਸ ਵੇਲੇ ਕਾਫੀ ਕਨਫਿਊਜ਼ਨ ਸੀਗੀ ਕਿ ਬਈ ਕਿੱਦਾਂ ਹੋਊਗਾ ਕਿੱਦਾਂ ਨਹੀਂ ਹੋਊਗਾ, ਬਟ ਮੈਂ ਇੰਨਾ ਸੋਚ ਲਿਆ ਸੀ ਬਈ TR to PR ਹੱਥੋਂ ਨਹੀਂ ਜਾਣ ਦੇਣਾ। ਹਾਲਾਂਕਿ ਜਿਹੜੀਆਂ ਐਪਲੀਕੇਸ਼ਨਸ ਉਹਨਾਂ ਨੇ ਲੈਣੀਆਂ ਸੀਗੀਆਂ ਹਜ਼ਾਰਾਂ ਦੇ ਵਿੱਚ ਸੀਗੀਆਂ, ਬਟ ਲੋਕ ਇਹਨੂੰ ਲੱਖਾਂ ਦੇ ਵਿੱਚ ਬੈਠੇ ਨੇ। ਬਟ ਇੱਕ ਫਾਇਦਾ ਸੀਗਾ ਕਿ ਮੈਂ
ਸਿੰਸ ਮੈਂ ਰੀਸੈਂਟ ਗ੍ਰੈਜੂਏਟ ਨਹੀਂ ਸੀਗਾ, ਮੈਂ ਆਲਰੇਡੀ ਇੰਨਾ ਟਾਈਮ ਧੱਕੇ ਖਾ ਚੁੱਕਾ ਸੀਗਾ ਆਪਣੇ ਵਰਕ ਪਰਮਿਟ 'ਤੇ ਆ ਕੇ। ਸੋ ਮੇਰੇ ਮੋਸਟ ਆਫ ਦਾ ਪੇਪਰ ਵਰਕ ਮੇਰੇ ਆਲਰੇਡੀ ਹੱਥ 'ਚ ਸੀਗੇ, ਸਿਰਫ ਪੁਲਿਸ ਵੈਰੀਫਿਕੇਸ਼ਨਸ ਵਗੈਰਾ ਕਰਾਉਣੀਆਂ ਰਹਿੰਦੀ ਸੀ, ਮੈਡੀਕਲ ਵਗੈਰਾ। ਬਾਕੀ ਸਭ ਆਇਲਸ ਹੋਵੇ, ਵਰਕ ਐਕਸਪੀਰੀਅੰਸ ਲੈਟਰ ਵਗੈਰਾ, ਉਹ ਸਾਰੀ ਚੀਜ਼ਾਂ ਮੇਰੇ ਹੱਥ 'ਚ ਪਈਆਂ ਸੀਗੀਆਂ। ਸੋ ਮੈਂ ਉਹਦੇ ਲਈ ਰੈਡੀ ਸੀ ਐਂਡ ਫਾਈਨਲੀ ਉਹਦੇ PR ਫਾਈਲ ਕੀਤੀ ਅਤੇ ਆਪਾਂ ਬਈ ਐਕਸਾਈਟਡ। ਮੈਂ ਕਿਹਾ ਵਾਹ ਵਧੀਆ, ਕਿਉਂਕਿ ਉਸ ਤੋਂ ਪਹਿਲਾਂ ਮੈਂ ਟਰਾਈ ਕੀਤਾ ਸੀ ਓਨਟਾਰੀਓ ਦੀ PNP ਫਾਈਲ ਕਰਨ ਦਾ ਐਂਡ ਕਈ ਕੁਛ ਟਰਾਈ ਕਰਿਆ ਸੀ, ਬਟ ਕਦੇ ਪੋਰਟਲ ਦੇ ਵਿੱਚ ਮੈਨੂੰ ਐਂਟਰੀ ਹੀ ਨਹੀਂ ਮਿਲੀ, ਕਦੇ ਮੈਂ ਫਾਈਲ ਨਹੀਂ ਕਰ ਪਾਇਆ ਸਕਸੈਸਫੁਲੀ। ਬਟ ਆਪਣੇ TR to PR ਦੇ ਦੌਰਾਨ ਮੈਂ ਫਾਈਨਲੀ ਕਰ ਲਿਆ। ਸਿੰਸ ਉਹਨਾਂ ਨੇ ਮੈਂਸ਼ਨ ਕਰਿਆ ਸੀ ਬਿਫੋਰ ਦ ਐਂਡ ਆਫ ਦਾ ਈਅਰ ਤੁਸੀਂ ਸਾਰੇ PR ਹੋਣਗੇ। ਆਪਾਂ ਪਹਿਲੇ ਹਫਤੇ, ਦੂਜੇ ਹਫਤੇ, ਤੀਜੇ ਹਫਤੇ ਚੈੱਕ ਕਰਦੇ ਰਹੇ ਆਪਣੇ ਈਮੇਲ ਸਪੈਮ ਬਾਕਸ ਕਿ ਯਾਰ ਕਿਤੇ ਆਇਆ ਹੋਵੇ ਇਮੀਗ੍ਰੇਸ਼ਨ ਦਾ ਕੋਈ ਈਮੇਲ ਵੀ ਤੁਹਾਡੀ ਫਾਈਲ ਰਿਵਿਊ ਹੋਣ ਲੱਗੇ, ਬਟ ਕੁਛ ਨਹੀਂ ਆਇਆ। ਫਿਰ ਮੈਂ ਹਿਸਾਬ ਲਾਇਆ ਬਈ 1 ਮਹੀਨੇ ਬਾਅਦ ਮੇਰੇ ਇੱਕ ਯਾਰ ਦੋਸਤ ਦੀ ਫਾਈਲ ਪ੍ਰੋਸੈਸਿੰਗ ਸ਼ੁਰੂ ਹੋਈ ਐਂਡ ਉਹਨੇ ਪਹਿਲੇ 10 ਮਿੰਟਾਂ 'ਚ ਫਾਈਲ ਲਗਾਈ ਸੀ ਐਂਡ ਮੈਂ ਸੀਗਾ ਜਿਹਨੇ ਪੋਰਟਲ ਖੁੱਲ੍ਹਣ ਤੋਂ 5 ਘੰਟੇ ਬਾਅਦ ਲਗਾਈ ਸੀ। ਸੋ ਮੈਂ ਕਿਹਾ ਯਾਰ ਹੁਣ ਆਪਾਂ ਅੱਗੇ ਦਾ ਪਲਾਨ ਕਰਦੇ ਹਾਂ ਸਿੱਧੇ ਕਿ ਬਈ PR ਤੋਂ ਅੱਗੇ ਕੀ ਕਰਨਾ, ਕਿਉਂਕਿ ਇਹ ਚੀਜ਼ ਨੇ ਬਹੁਤ ਟਾਈਮ ਲੈਣਾ, ਇਹਨੂੰ ਹਰ ਹਫਤੇ ਚੈੱਕ ਕਰਨ ਦੀ ਜ਼ਰੂਰਤ ਨਹੀਂ ਹੈਗੀ। ਕਰਦੇ ਗਏ, ਠੀਕ ਹੈ ਜੀ। ਅੱਗੇ ਕੰਮ ਵਗੈਰਾ ਥੋੜ੍ਹੀ ਜਿਹੀ ਸੀਗੀ ਬਈ ਪਤਾ ਚੱਲੇ ਐਟਲੀਸਟ ਮੈਨੂੰ ਕਿ ਮੇਰੇ ਫਾਈਲ ਸ਼ੁਰੂ ਹੋ ਗਈ ਆ, ਮੇਰੇ PR ਦਾ ਕੰਮ ਸ਼ੁਰੂ ਹੋ ਗਿਆ। ਥੋੜ੍ਹੀ ਜਿਹੀ ਪੋਜ਼ੀਟਿਵਿਟੀ ਆਉਂਦੀ ਐਂਡ ਥੋੜ੍ਹਾ ਪਤਾ ਹੁੰਦਾ ਕਿ ਹਾਂ ਹੁਣ ਆਪਣੇ ਜਿਹੜੇ ਓਪਰਚੁਨਿਟੀਜ਼ ਜਾਂ ਆਪਣੇ ਆਪਸ਼ਨਸ ਆ ਉਹ ਥੋੜ੍ਹੇ ਜਿਹੇ ਮੈਂ ਖੁੱਲ੍ਹ ਸਕਦਾ, ਥੋੜ੍ਹੇ ਫਲੈਕਸੀਬਲ ਕਰ ਸਕਦਾ, ਕਿਉਂਕਿ ਮੈਂ ਹੁਣ ਇੱਕ ਜੋਬ 'ਤੇ ਬਾਊਂਡਡ ਨਹੀਂ ਹੈ, ਕਿਸੇ ਐਮਪਲੋਇਰ ਨਾਲ ਬਾਊਂਡਡ ਨਹੀਂ ਹੈ, ਕਿਸੇ ਰੂਲ ਨਾਲ ਬਾਊਂਡਡ ਨਹੀਂ ਹੈ, ਕਿਸੇ ਪ੍ਰੋਵਿੰਸ ਬਾਰੇ ਸੋਚਣ ਦੀ ਲੋੜ ਨਹੀਂ ਹੈ। ਅਤੇ ਜੋਬ ਦਾ ਫਿਰ ਇੱਦਾਂ ਹੋਇਆ ਵੀ ਕਿ ਆਪਣੇ ਮਤਲਬ ਫਾਈਲ ਦਾ ਆਪਣਾ ਇੱਦਾਂ ਹੋਇਆ ਕਿ ਆਪਣੀ ਫਾਈਲ ਆਫਟਰ 6 months ਆਪਣੀ ਫਾਈਲ ਦਾ ਵੀ ਆ ਗਿਆ ਬਈ ਬਾਇਓਮੈਟ੍ਰਿਕਸ ਰਿਕੁਐਸਟ। ਉਹ ਦਿਨ ਸੀਗਾ ਖੁਸ਼ੀ ਆਇਆ, ਮੈਂ ਕਿਹਾ ਚਲੋ ਫਾਈਨਲੀ ਬਾਇਓਮੈਟ੍ਰਿਕਸ ਮੰਗੇ ਗਏ, ਯਾਨੀ ਫਿੰਗਰਪ੍ਰਿੰਟ ਮੰਗੇ ਗਏ। ਫਿੰਗਰਪ੍ਰਿੰਟ ਦੇ ਉੱਤੇ ਇੱਕ ਮਤਲਬ 6 ਮਹੀਨੇ ਬਾਅਦ ਪ੍ਰੋਸੈਸ ਸ਼ੁਰੂ ਹੋਇਆ, ਲੇਕਿਨ ਜਦੋਂ ਸ਼ੁਰੂ ਹੋਇਆ 15 ਦਿਨਾਂ 'ਚ ਸਭ ਕੁਛ ਡਨ। ਮੋਸਟ ਆਫ ਦਾ ਬੰਦਿਆਂ ਨੇ ਹੀ ਹੋ ਰਿਹਾ ਸੀ ਜਿਹਨਾਂ ਨੇ ਸਟਰੀਮ ਦੇ ਵਿੱਚ ਫਾਈਲ ਲਗਾਈ ਸੀਗੀ। ਬਾਇਓਮੈਟ੍ਰਿਕਸ ਆਏ 2-3 ਦਿਨ ਬਾਅਦ ਆਪਣੇ ਤੋਂ ਉਹਨਾਂ ਨੇ ਮੰਗ ਲਈ ਆਪਣੀ ਜਿਹੜੇ ਫੋਟੋਗ੍ਰਾਫ PR ਕਾਰਡ ਵਗੈਰਾ ਦੇ ਲਈ ਐਂਡ ਆਪਣੇ ਨੂੰ ECO PR ਆ ਗਏ, ਯਾਨੀ ਈਮੇਲ ਕਾਪੀ ਆ ਗਈ, ਇਲੈਕਟ੍ਰੋਨਿਕ ਕਾਪੀ ਆ ਗਈ, ਕਨਫਰਮੇਸ਼ਨ ਆਫ ਪਰਮਨੈਂਟ ਰੈਜ਼ੀਡੈਂਸੀ ਦੀ। ਸੋ ਇਹ ਸਾਰੀ ਆਪਣੀ ਜਿਹੜੀ ਜਰਨੀ ਸੀਗੀ ਸਟੂਡੈਂਟ ਲਾਈਫ ਤੋਂ PR ਤੱਕ ਦੀ ਸੀਗੀ। ਮੈਂ ਇਹ ਨਹੀਂ ਕਹੂੰਗਾ ਬਹੁਤ ਜ਼ਿਆਦਾ ਸਮੂਥ ਸੀਗੀ, ਪਹਿਲੇ 2 ਸਾਲ ਕਾਫੀ ਸਮੂਥ ਸੀਗੇ, ਉਸ ਤੋਂ ਬਾਅਦ ਬਹੁਤ ਜ਼ਿਆਦਾ ਟੈਨਸ਼ਨ ਵਾਲਾ ਪੀਰੀਅਡ ਸੀਗਾ। ਬਟ ਹਾਂ ਸਭ ਤੋਂ ਜ਼ਿਆਦਾ ਇੰਜੋਏਬਲ ਟਾਈਮ ਕਿਹੜਾ ਸੀਗਾ, ਉਹ ਸੀਗਾ ਸਟੂਡੈਂਟ ਲਾਈਫ ਦਾ। ਕਿਉਂ? ਨਵੇਂ ਸੀਗੇ, ਫੁੱਲ ਆਫ ਐਨਰਜੀ ਸੀਗੇ, ਲਾਈਕ ਅ ਬਲੈਂਕ ਪੇਜ ਸੀਗੇ ਆਪਾਂ। ਜਿਹੜੇ ਕਹਿੰਦੇ ਨੇ ਛੋਟੇ ਬੱਚੇ ਬਚਪਨ 'ਚ ਬਲੈਂਕ ਹੁੰਦੇ ਆ, ਉਹਨਾਂ ਨੂੰ ਕੁਛ ਨਹੀਂ ਪਤਾ ਹੁੰਦਾ, ਜੋ ਸਿਖਾ ਦਿਓ ਉਹੀ ਬਣ ਜਾਂਦੇ ਨੇ, ਉੱਦਾਂ ਦੇ ਸੀਗੇ ਆਪਾਂ ਸਾਰੇ। ਠੀਕ ਹੈ ਜੀ, ਨਵੇਂ ਆਏ, ਜੋ ਸਾਨੂੰ ਦੇਖਣ ਨੂੰ ਮਿਲ ਰਿਹਾ, ਜੋ ਸਿੱਖਣ ਨੂੰ ਮਿਲ ਰਿਹਾ, ਸਭ ਕੁਛ ਕਰੇ ਜਾ ਰਹੇ ਹਾਂ, ਪੂਰੀ ਐਨਰਜੀ ਆ, ਪੂਰੀ ਐਕਸਾਈਟਮੈਂਟ ਆ, ਸਭ ਕੁਛ ਕੀਤਾ, ਸਭ ਕੁਛ ਸਿੱਖਿਆ। ਬਹੁਤ ਸਾਰੇ ਦੋਸਤ ਬਣਾਏ, ਬਹੁਤ ਸਾਰੀਆਂ ਚੀਜ਼ਾਂ ਸਿੱਖੀਆਂ, ਗਲਤੀਆਂ ਕੀਤੀਆਂ ਐਂਡ ਗਲਤੀਆਂ ਦੀ ਵੀਡੀਓਜ਼ ਤੁਹਾਨੂੰ ਮੇਰੀਆਂ ਇਸ ਚੈਨਲ 'ਤੇ ਬਹੁਤ ਮਿਲ ਜਾਣੀਆਂ। ਤੁਸੀਂ ਕੀ ਨਹੀਂ ਕਰਨਾ ਚਾਹੁੰਦੇ ਹੋ, ਤੁਸੀਂ ਪਿੱਛੇ ਦੀਆਂ ਵੀਡੀਓਜ਼ ਜਾ ਕੇ ਦੇਖੋਗੇ, ਮੇਰੇ ਅੱਜ ਤੋਂ 1.5 ਸਾਲ ਪਹਿਲਾਂ ਦੀਆਂ, ਉਹ ਸਾਰੀਆਂ ਸਟੂਡੈਂਟ ਲਾਈਫ ਦੀਆਂ ਤੁਹਾਨੂੰ ਮਿਲਣਗੀਆਂ ਕਿ ਮੈਂ ਉਸ ਟਾਈਮ 'ਤੇ ਕੀ ਸਿੱਖਿਆ। ਆਈ ਹੋਪ ਕਿ ਤੁਹਾਨੂੰ ਇਹ ਜਰਨੀ ਸਾਰੀ ਸੁਣ ਕੇ ਤੁਸੀਂ ਰਿਲੇਟ ਕਰ ਸਕੇ। ਹੁਣ ਜਿਹੜੇ ਬੰਦੇ ਇੱਥੇ ਬੈਠੇ ਨੇ ਸਟੇਜ ਦੇ ਵਿੱਚ ਐਂਡ ਜਿਹੜੇ ਬੰਦੇ ਇੰਡੀਆ ਬੈਠੇ ਨੇ, ਉਹਨਾਂ ਨੂੰ ਓਵਰਵਿਊ ਮਿਲ ਗਿਆ ਹੋਣਾ ਕਿ ਤੁਹਾਨੂੰ ਕਿਹੜੇ ਦਿਨਾਂ ਦੇ ਵਿੱਚੋਂ ਲੰਘਣਾ ਪੈਣਾ। ਐਂਡ ਮੈਂ ਇੰਨਾ ਕਹੂੰਗਾ ਯਾਰ, ਮਿਹਨਤ ਤੁਹਾਨੂੰ ਫੋਰ ਸ਼ੋਰ ਕਰਨੀ ਪੈਣੀ। ਜਿੰਨੀ ਮਿਹਨਤ ਇੱਕ ਬੰਦਾ ਇੱਥੇ ਐਜ਼ ਇੰਟਰਨੈਸ਼ਨਲ ਸਟੂਡੈਂਟ ਲੈਂਡ ਹੋਣ 'ਤੇ ਕਰਦਾ ਵਾ, ਉਨੀ ਮਿਹਨਤ ਹੋਰ ਕੋਈ ਬੰਦਾ ਨਹੀਂ ਕਰਦਾ ਇਸ ਕੰਟਰੀ 'ਚ। ਆਈ ਡੋਂਟ ਥਿੰਕ ਸੋ। ਠੀਕ ਹੈ ਜੀ, ਕਿਉਂਕਿ ਤੁਸੀਂ ਪਹਿਲੀ ਜਨਰੇਸ਼ਨ ਹੋ। ਠੀਕ ਹੈ, ਆਪਣੇ ਨੂੰ ਇੰਡੀਆ ਜ਼ਿੰਦਗੀ ਕਿਉਂ ਸੌਖੀ ਲੱਗਦੀ, ਕਿਉਂਕਿ ਆਪਣੇ ਘਰ ਦੇ ਆਲਰੇਡੀ ਕਮਾਉਂਦੇ ਆ, ਆਲਰੇਡੀ ਆਪਣੇ ਘਰੇ ਮੋਟਰਸਾਈਕਲ ਖੜਾ, ਗੱਡੀ ਖੜੀ, ਘਰ ਆਪਣਾ ਕੁਛ ਨਹੀਂ ਹੈ ਨਾ, ਸਭ ਕੁਛ ਆਪਣੇ ਕੋਲ। ਬਟ ਹਾਂ ਮਤਲਬ ਖੁਦ ਤੋਂ ਖਾਣਾ ਮੈਨੇਜ ਕਰਨਾ, ਆਪਣਾ ਮੰਮੀ ਵਾਲਾ ਰੋਲ ਨਿਭਾਉਣਾ, ਫਿਰ ਖੁਦ ਤੋਂ ਫਾਈਨੈਂਸਿਸ ਮੈਨੇਜ ਕਰਨੇ, ਆਪਣੇ ਪਾਪਾ ਵਾਲਾ ਰੋਲ ਨਿਭਾਉਣਾ, ਐਂਡ ਦੈਨ ਖੁਦ ਤੋਂ ਪੜ੍ਹਾਈ ਕਰਨੀ, ਜਿਹੜੀ ਕਿ ਤੁਹਾਡਾ ਖੁਦ ਦਾ ਰੋਲ ਆ, ਤੁਸੀਂ ਉਹ ਵੀ ਨਿਭਾਉਣਾ। ਇਹ ਸਾਰੇ ਰੋਲਸ ਨਿਭਾਉਣ ਦੇ ਵਿੱਚ ਤੁਹਾਡਾ ਮੋਸਟ ਆਫ ਦਾ ਟਾਈਮ, ਐਨਰਜੀ ਸਭ ਕੁਛ ਚਲਾ ਜਾਂਦਾ। ਬਟ ਹਾਂ ਸਹੀ ਰਸਤੇ 'ਤੇ ਤੁਰੇ ਰਹਿਣਾ ਬਹੁਤ ਜ਼ਰੂਰੀ ਹੈ। ਐਂਡ ਇੱਕ ਚੀਜ਼ ਜਿਹੜੀ ਮੈਂ ਪੂਰੇ ਟਾਈਮ ਦੇ ਦੌਰਾਨ ਦੇਖੀ, ਤੁਹਾਡੀ ਸੁਸਾਇਟੀ ਐਕਚੁਅਲੀ ਬਹੁਤ ਮੈਟਰ ਕਰਦੇ। ਜੋ ਸਾਨੂੰ ਇੰਡੀਆ 'ਚ ਕਹਿੰਦੇ ਨਹੀਂ ਵੀ ਇਹਦੀ ਸੰਗਤ ਵਿਗੜ ਰਹੀ ਹੈ, ਸਾਡਾ ਮੁੰਡਾ ਵਿਗੜ ਰਿਹਾ, ਸੁਸਾਇਟੀ ਚੰਗੀ ਨਹੀਂ ਇਹਦੀ, ਦੈਟ ਐਕਚੁਅਲੀ ਮੈਟਰਸ। ਅਗਰ ਤੁਹਾਡੇ ਆਸ-ਪਾਸ ਇੱਦਾਂ ਦੇ ਬੰਦੇ ਆ ਵੀ ਜਿਹੜੇ ਕਹਿਣਗੇ ਕਿ ਨਹੀਂ ਯਾਰ ਟਰਾਲਾ ਹੀ ਚਲਾਉਣਾ ਆ, ਤੁਹਾਡੇ ਦਿਮਾਗ 'ਚ ਵੀ ਇਹੀ ਆਉਣ ਲੱਗਣਾ ਵੀ ਖਰੇ ਟਰਾਲਾ ਇਜ਼ ਦਾ ਓਨਲੀ ਆਪਸ਼ਨ ਜਿਹਦੇ ਨਾਲ ਮੈਂ ਅੱਗੇ ਵੱਧ ਸਕਦਾ। ਅਗਰ ਤੁਹਾਡੇ ਆਸ-ਪਾਸ ਲੋਕ ਹੋਣੇ ਜਿਹੜੇ ਕਹਿੰਦੇ ਵੀ ਸਟਾਕ ਮਾਰਕੀਟ 'ਚ ਹੀ ਪੈਸੇ ਲਗਾਉਣੇ ਆ, ਬੈਂਕ 'ਚ ਨਹੀਂ ਰੱਖਣੇ, ਤੁਹਾਨੂੰ ਲੱਗੇਗਾ ਸ਼ਾਇਦ ਸਟਾਕ ਮਾਰਕੀਟ ਇਜ਼ ਦਾ ਓਨਲੀ ਆਪਸ਼ਨ। ਮੋਸਟ ਆਫ ਦਾ ਟਾਈਮ ਤੁਸੀਂ ਆਪਣੇ ਫਰੈਂਡਸ ਦੇ ਨਾਲ ਬਤਾਉਂਦੇ ਹੋ, ਫੈਮਿਲੀ ਇੰਡੀਆ ਹੁੰਦੀ ਆ। ਸੋ ਅਗਰ ਫਰੈਂਡ ਸਰਕਲ ਜੋ ਡਿਸਕਸ਼ਨਸ ਨਹੀਂ ਚੱਲਦੀਆਂ, ਇਟਸ ਗੋਣਾ ਬੀ ਵੈਰੀ ਟਫ ਫॉर ਯੂ ਟੂ ਗਰੋ। ਠੀਕ ਹੈ ਜੀ, ਸੋ ਸਰਕਲ ਜ਼ਰੂਰ ਆਪਣੀ ਨਜ਼ਰ ਮਾਰੋ, ਤੁਹਾਡੇ ਸਰਕਲ 'ਚ ਕਿੱਦਾਂ ਦੇ ਬੰਦੇ ਨੇ, ਕਿੱਦਾਂ ਦੀ ਡਿਸਕਸ਼ਨਸ ਚੱਲਦੀਆਂ ਤੁਹਾਡੇ ਸਰਕਲ ਦੇ ਵਿੱਚ। ਫਨ ਪਾਰਟ ਆਬਵੀਅਸਲੀ ਚਾਹੀਦਾ ਆ, ਬਟ ਅਗਰ ਸੀਰੀਅਸ ਡਿਸਕਸ਼ਨਸ ਨਹੀਂ ਹੁੰਦੀਆਂ, ਮੈਂ ਤਾਂ ਟੋਟਲੀ ਅਵੋਇਡ ਕਰੂੰਗਾ ਇੱਦਾਂ ਦਾ ਸਰਕਲ। ਠੀਕ ਹੈ, ਇਹ ਮੇਰੀ ਪ੍ਰੈਫਰੈਂਸ ਆ, ਬਾਕੀ ਇਟਸ ਅਪ ਟੂ ਯੂ। ਅਗਰ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ, ਯੂ ਹੈਵ ਟੂ ਥਿੰਕ ਅਬਾਊਟ ਦੈਟ। ਠੀਕ ਹੈ, ਅਤੇ ਕਰ ਦਿੰਦੇ ਵੀਡੀਓ ਇੱਥੇ ਐਂਡ। ਆਈ ਨੋ ਥੋੜ੍ਹੀ ਲੰਬੀ ਹੋ ਗਈ ਹੈ ਵੀਡੀਓ, ਬਟ ਮੈਂ ਕੋਸ਼ਿਸ਼ ਕੀਤੀ ਮੈਂ ਸਾਰਾ ਸਮਰਾਈਜ਼ ਕਰਾਂ ਆਪਣੇ ਉਹ 4 ਸਾਲ ਦਾ ਟਾਈਮ ਪੀਰੀਅਡ। ਠੀਕ ਹੈ, ਐਂਡ ਜਿਹੜੀ ਤੁਹਾਨੂੰ ਇੱਥੋਂ ਪਾਰਟ ਵਧੀਆ ਲੱਗੇ, ਤੁਸੀਂ ਥੱਲੇ ਆ ਕੇ ਕਮੈਂਟ ਕਰ ਸਕਦੇ ਹੋ। ਤੁਹਾਡਾ ਵੀ ਉੱਤੇ ਕੋਈ ਤੇ ਚੀਜ਼ ਜਿਹੜੀ ਤੁਸੀਂ ਰਿਲੇਟ ਕਰ ਸਕਦੇ ਹੋ ਇਸ ਵੀਡੀਓ ਨੂੰ ਸੁਣ ਕੇ।
ਤੇ ਮਿਲਦੇ ਹਾਂ ਫਿਰ ਆਪਾਂ ਅੱਗੇ ਕਿਸੇ ਵੀਡੀਓ 'ਚ, ਤਦ ਤੱਕ ਲਈ ਚੰਗਾ।